ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹੋ ਬਲਿਹਾਰੀ ਸਤਿਗੁਰ ਚਰਨਾ। ਹਸ ਕਿਰਪਾਨ ਖੰਡੋ ਖੜਗ, ਤੁਪਕ ਤਵਰ ਅਰ ਤੀਰ। ਸੈਫ ਸरोही सहथि, यह हमारे पीर। तीर तुही सहथि तुही, तुही तवर तरवार। नाम तिहारो जो जपै, ਭਏ ਸਿੰਧ ਭਉ ਪਾਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਭਲੀ ਸਰੀ ਜੇ ਉਪਰੀ, ਹਉਮੈ ਮੁਇ ਕਰਾਓ। ਦੂਤ ਲੱਗੇ ਫਿਰ ਚਾਕਰੀ, ਸਤਿਗੁਰ ਕਾ ਵੇਸਾ ਹੋ। ਭਲੀ ਸਰੀ ਜੇ ਉਬਰੀ, ਹਉਮੈ ਮੁਇ ਕਰਾਓ। ਦੂਤ ਲੱਗੇ ਫਿਰ ਚਾਕਰੀ, ਸਤਿਗੁਰ ਕਾ ਵੇਸਾ। ਕਲਪ ਤਿਆਗੀ ਬਾਦ ਹੈ, ਸੱਚਾ ਬੇਪਰਵਾਹ। ਮਨ ਰੇ ਸੱਚ ਮਿਲੈ ਭਉ ਜਾਏ, ਭੈ ਬਿਨ ਨਿਰਭਉ ਕਿਉ ਥੀਐ। ਗੁਰਮੁਖ ਸ਼ਬਦ ਸਮਾਏ ਰਹਾਉ, ਭੈ ਬਿਨ ਨਿਰਭਉ ਕਿਉ ਥੀਐ। ਗੁਰਮੁਖ ਸ਼ਬਦ ਸਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ ਆਪ ਜੀ। ਅੰਮ੍ਰਿਤ ਵੇਲੇ ਦੇ ਨਿਤਨੇਮ ਉਪਰੰਤ ਪਵਿੱਤਰ ਆਸਾ ਜੀ ਕੀ ਵਾਰ ਕੇ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ। ਉਪਰੰਤ ਚੱਲ ਰਹੀ ਲੜੀਵਾਰ ਕਥਾ ਮੁਤਾਬਕ ਪਵਿੱਤਰ ਸ਼ਬਦ ਦਾ ਪਾਠ ਸਰਵਣ ਕੀਤਾ ਜੀ। ਆਓ ਮਨੋਬਿਰਤੀਆਂ ਗੁਰੂ ਚਰਨਾਂ ਨਾਲ ਜੋੜਦੇ ਹੋਏ ਗੁਰੂ ਚਰਨਾਂ ਵਿਖੇ ਲਵਾਈਏ ਹਾਜ਼ਰੀਆਂ। ਗੁਰੂ ਕੋ ਬਖਸ਼ਿਆ ਫਤਿਹ ਦਾ ਨਾਰਾ ਕਰੀਏ ਬੁਲੰਦ। ਉਪਰੰਤ ਬਾਣੀ ਦੀ ਵਿਚਾਰ ਨਾਲ ਜੁੜਨਾ ਕਰਾਂਗੇ। ਸ਼ੁਰੂ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹੱਲਾ ਪਹਿਲਾ। ਭਲੀ ਸਰੀ ਜੇ ਉਬਰੀ, ਹਉਮੈ ਮੁਇ ਕਰਾਓ। ਦੂਤ ਲੱਗੇ ਫਿਰ ਚਾਕਰੀ, ਸਤਿਗੁਰ ਕਾ ਵੇਸਾ ਹੋ। ਇਹ ਪਵਿੱਤਰ ਵਚਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਰਾਗ ਸ੍ਰੀ ਰਾਗ ਅੰਗ 18 ਉੱਪਰ ਸੁਭਾਏਮਾਨ ਜੋ ਆਪ ਜੀ ਨੇ ਸਰਵਣ ਕੀਤਾ। ਦੱਸਦੇ ਹੈ ਕਿ ਇੱਕ ਵਾਰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਸ ਵੇਲੇ ਨਗਰ ਕਰਤਾਰਪੁਰ ਸਾਹਿਬ ਵਿਖੇ ਬਿਰਾਜਮਾਨ ਹਨ,
ਸੰਗਤਾਂ ਦੇ ਨਾਲ ਵਿਚਾਰਾਂ ਚੱਲ ਰਹੀਆਂ ਹਨ, ਉਪਦੇਸ਼ ਦੇ ਰਹੇ ਹਨ, ਤੇ ਵਿੱਚੋਂ ਸੰਗਤਾਂ ਨੇ ਪ੍ਰਭਾਵਿਤ ਹੋ ਕੇ ਕੀ ਕਿਹਾ ਕਿ ਮਹਾਰਾਜ ਬਹੁਤ ਵਧੀਆ ਹੋਇਆ, ਭਲੀ ਸਰੀ ਚੰਗਾ ਹੋਇਆ। ਕਿਸੇ ਦੇ ਵਾਸਤੇ, ਕਿਸੇ ਦੇ ਭਲੇ ਵਾਸਤੇ ਕੁਝ ਕਰ ਦਈਏ, ਕੁਝ ਸਾਡੇ ਕੋਲੋਂ ਸਰ ਜਾਵੇ ਤਾਂ ਉਹਨੂੰ ਕਹਿੰਦੇ ਆ ਚੰਗਾ ਸਰ ਗਿਆ, ਵਧੀਆ ਹੋ ਗਿਆ। ਤਾਂ ਜਿਸ ਵੇਲੇ ਸਤਿਗੁਰਾਂ ਦੇ ਕੋਲ ਸਿੱਖਾਂ ਨੇ ਇਸ ਤਰ੍ਹਾਂ ਬੇਨਤੀ ਕੀਤੀ, ਬਹੁਤ ਵਧੀਆ ਹੋਇਆ ਮਹਾਰਾਜ ਤੁਹਾਡੇ ਆਉਣ ਦੇ ਨਾਲ ਸੰਸਾਰ ਦਾ ਮਾਰਗਦਰਸ਼ਨ ਮਿਲ ਗਿਆ, ਸੰਸਾਰ ਨੂੰ ਪਰਮੇਸ਼ਰ ਵਿੱਚ ਮਿਲਣ ਦਾ ਪਤਾ ਲੱਗ ਗਿਆ, ਰੱਬ ਦਾ ਪਤਾ ਲੱਗ ਗਿਆ। ਨਹੀਂ ਤਾਂ ਸਾਰਾ ਸੰਸਾਰ ਹੀ ਭਰਮਾਂ ਵਿੱਚ ਭਟਕ ਰਿਹਾ ਸੀ। ਤਾਂ ਉਸ ਵੇਲੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਸ਼ਬਦ ਉਸ ਪਰਮੇਸ਼ਰ ਨੂੰ ਸੰਬੋਧਨ ਹੋ ਕੇ ਉਚਾਰਨ ਕੀਤਾ ਕਿ ਉਸ ਪਰਮੇਸ਼ਰ ਨੇ ਕਿਰਪਾ ਕੀਤੀ ਹੈ। ਭਲੀ ਸਰੀ ਜੇ ਉਭਰੀ, ਉਭਰਨਾ ਹੁੰਦਾ ਹੈ ਕਿਸੇ ਡੁੱਬਦੇ ਡੁੱਬਦੇ ਨੂੰ ਪਾਣੀ ਵਿੱਚੋਂ ਬਾਹੋਂ ਫੜ ਕੇ ਖਿੱਚ ਲੈਣਾ। ਜਿਸ ਤਰ੍ਹਾਂ ਸਤਿਗੁਰਾਂ ਨੇ ਸਾਨੂੰ ਸੰਸਾਰ ਸਮੁੰਦਰ ਚੋਂ ਖਿੱਚਣਾ ਕੀਤਾ, ਇਹਨੂੰ ਕਹਿੰਦੇ ਆ ਉਭਰਨਾ, ਬਚਾ ਲੈਣਾ, ਮਰਦੇ ਮਰਦੇ ਨੂੰ ਬਚਾ ਲੈਣਾ। ਤੋ ਜਗਤ ਜਲੰਦੇ ਨੂੰ ਬਚਾਉਣ ਵਾਲੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਨੀਆ ਵਿੱਚ ਆਏ, ਔਰ ਜਦ ਉਹਨਾਂ ਨੇ ਸ਼ਮਸ਼ਾਨ ਘਾਟ ਵਿੱਚ ਬੈਠਿਆਂ ਹੋਇਆਂ ਧਿਆਨ ਲਾ ਕੇ ਦੁਨੀਆ ਦਾ ਹਾਲਤ ਵੇਖੀ, ਭਾਈ ਗੁਰਦਾਸ ਜੀ ਕਹਿੰਦੇ ਹਨ, ਬਾਬਾ ਵੇਖੈ ਧਿਆਨ ਤਰ ਜਲਤੀ ਸਾ ਪ੍ਰਿਥਵੀ ਚਲੇ ਆਈ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਜਦੋਂ ਧਿਆਨ ਲਾ ਕੇ ਦੁਨੀਆ ਦੀ ਹਾਲਤ ਵੇਖਦੇ ਆ ਤੇ ਸਾਰੀ ਦੁਨੀਆ ਅਨੇਕਾਂ ਤਰ੍ਹਾਂ ਦੀ ਅੱਗ ਵਿੱਚ ਸੜਦੀ ਬਲਦੀ ਦਿਖਾਈ ਦਿੱਤੀ। ਤੇ ਫਿਰ ਚੱਲਿਆ ਸੋਧਨ ਧਰਤ ਲੁਕਾਈ, ਫਿਰ ਸ੍ਰਿਸ਼ਟੀ ਨੂੰ ਠਾਰਨ ਵਾਸਤੇ, ਸੁਖ ਦੇਣ ਵਾਸਤੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ 4 ਉਦਾਸੀਆਂ ਕੀਤੀਆਂ। ਮੋਦੀ ਖਾਨਾ ਛੱਡਣ ਤੋਂ ਬਾਅਦ ਸ਼ਮਸ਼ਾਨ ਘਾਟ ਵਿੱਚ ਬੈਠ ਕੇ ਪਾਤਸ਼ਾਹ ਨੇ ਧਿਆਨ ਲਾ ਕੇ ਦੇਖਿਆ ਦੁਨੀਆ ਸੜ ਬਲ ਰਹੀ ਹੈ, ਔਰ ਸਾਡੇ ਵਾਸਤੇ ਪਰਮੇਸ਼ਰ ਨੂੰ ਬੇਨਤੀਆਂ ਵੀ ਕਰਦੇ ਆ ਤੇ ਆਪ ਵੀ ਬਹੁਤ ਕੁਝ ਕੀਤਾ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਭਰੈ ਤਿਤੈ ਲਿਹੋ ਉਭਾਰ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਭਲੀ ਸਰੀ ਜੇ ਉਭਰੀ, ਮੈਂ ਡੁੱਬਦਾ ਜਾ ਰਿਹਾ ਸੀ। ਆਪ ਦੇ ਉੱਤੇ ਲਾ ਕੇ ਗੁਰੂਆਂ ਨੇ ਬਾਣੀ ਉਚਾਰਨ ਕੀਤੀ ਆ, ਔਰ ਬਾਣੀ ਇਸ ਢੰਗ ਦੇ ਨਾਲ ਉਚਾਰਨ ਹੋਈ ਉਹਨਾਂ ਦੇ ਅੰਦਰੋਂ ਕਿ ਜਦੋਂ ਕੋਈ ਬਾਣੀ ਨੂੰ ਵਿਚਾਰੇਗਾ, ਪੜ੍ਹੇਗਾ, ਆਪਣੇ ਆਪੇ ਤੇ ਲੱਗੇਗੀ, ਆਪਣੇ ਆਪੇ ਨੂੰ ਸੰਬੋਧਨ ਕਰੂਗੀ। ਜਦ ਸੁਣੂਗਾ ਫਿਰ ਉਸ ਨੂੰ ਵੀ ਸੰਬੋਧਨ ਕਰੇਗੀ। ਇਸ ਕਰਕੇ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਇੱਕ ਸ਼ਬਦ ਵਿੱਚ, ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਪਹੀ ਲੈ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ ਮੋਹ ਪੰਖ, ਜੋ ਹਮ ਦੇਖਾ ਤੈ ਡੂਬੀ ਅਲੇ ਮਨ ਇੱਕ ਨ ਚੇਤ ਸਮੂੜ ਮਨਾ। ਤਿਤ ਸਰਵਰੜੈ ਇਹ ਸੰਸਾਰ ਸਮੁੰਦਰ ਦੇ ਵਿੱਚ, ਪਹੀ ਲੈ ਨਿਵਾਸਾ ਇਹ ਦੁਨੀਆ ਉਤਰੀ ਹੈ। ਸਰਵਰੜੈ ਸਰੋਵਰ, ਰਾੜਾ ਲਾ ਕੇ ਸਰਵਰੜੇ ਦਾ ਅਰਥ ਬਣ ਗਿਆ ਮਾਇਆ ਦਾ ਸਰੋਵਰ। ਭਾਵ ਸੰਸਾਰ ਇੱਕ ਮਾਇਆ ਦੀਆਂ ਅੱਗਾਂ ਦਾ ਸਮੁੰਦਰ ਹੈ। ਈਰਖਾ ਦੁਈ ਦਵੈਤ ਜਲਨ ਸੜਨ ਆਦਿ ਪਤਾ ਨਹੀਂ ਕਿੰਨੇ ਕਿੰਨੇ ਔਗਣ ਮਨੁੱਖ ਦੇ ਅੰਦਰ ਹਨ, ਜਿਨ੍ਹਾਂ ਵਿੱਚ ਦੁਨੀਆ ਉਤਰੀ ਹੈ। ਤੇ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਮੈਂ ਵੇਖ ਰਿਹਾ ਕਿ ਦੁਨੀਆ ਇਸ ਅੱਗ ਦੇ ਪਾਣੀ ਵਿੱਚ ਡੁੱਬ ਰਹੀ ਹੈ। ਔਰ ਜਿਵੇਂ ਸਰੋਵਰ ਵਿੱਚ ਥੱਲੇ ਗਾਰ ਬਣ ਜਾਂਦੀ ਹੈ, ਨਦੀ ਵਿੱਚ ਥੱਲੇ ਗਾਰਾ ਹੁੰਦਾ ਹੈ ਤੇ ਉਹਦੇ ਵਿੱਚ ਪੈਰ ਡੁੱਬ ਜਾਂਦੇ ਆ, ਫਸ ਜਾਂਦੇ ਆ, ਕਈ ਵਾਰੀ ਖੁੱਭ ਜਾਂਦੇ ਆ ਕਿਸੇ ਦੇ। ਇਸੇ ਤਰ੍ਹਾਂ ਇਹ ਸੰਸਾਰ ਸਮੁੰਦਰ ਵਿੱਚ ਮੋਹ ਦਾ ਗਾਰਾ ਹੈ। ਮੋਹ ਪੰਖ,
ਜੋ ਜੱਜਾ ਇੱਥੇ ਅਲੱਗ ਕਰਕੇ ਬੋਲਣਾ ਹੈ। ਜੇ ਜੱਜੇ ਨੂੰ ਪੰਖ ਦੇ ਨਾਲ ਲਾਤਾ ਤਾਂ ਫਿਰ ਪੰਕਜ ਹੁੰਦਾ ਕਮਲ ਦਾ ਫੁੱਲ, ਪਰ ਇੱਥੇ ਗੱਲ ਕਰ ਰਹੇ ਹਨ ਪਾਣੀ ਦੇ ਹੇਠਲੇ ਗਾਰੇ ਦੀ। ਤੇ ਪੰਖ ਦਾ ਮਤਲਬ ਹੁੰਦਾ ਗਾਰਾ, ਚਿੱਕੜ। ਤੇ ਸਾਡੇ ਪੈਰ ਜਿਹੜੇ ਆ ਮੋਹ ਵਿੱਚ ਫਸੇ ਹੋਏ ਆ, ਧੀਆਂ ਪੁੱਤਰਾਂ ਦੇ, ਸੰਪਤੀ ਦੇ, ਮਾਇਆ ਦੇ, ਸਾਜੋ ਸਮਾਨ ਦੇ, ਕੋਠੀਆਂ ਕਾਰਾਂ ਦੇ। ਇਸ ਗਾਰੇ ਵਿੱਚ ਐਸੇ ਸਾਡੇ ਪੈਰ ਫਸੇ ਆ, ਅਸੀਂ ਇਸ ਤੋਂ ਦੂਰ ਨਹੀਂ ਜਾ ਸਕਦੇ। ਮੋਹ ਪੰਖ ਜੋ ਜਿਹੜਾ ਇਹ ਮੋਹ ਰੂਪੀ ਚਿੱਕੜ ਹੈ, ਮੈਂ ਦੇਖ ਰਿਹਾ, ਹਮ ਦੇਖਾ ਤਹਿ ਡੂਬੀ ਅਲੇ। ਕਿਉਂ? ਕਿਉਂਕਿ ਮਨ ਏਕ ਨ ਚੇਤਸ ਮੂੜ ਮਣਾ, ਹਰ ਬਿਸਰਤ ਤੇਰੇ ਗੁਣ ਗਲਿਆ। ਤੂੰ ਹਰੀ ਨੂੰ ਵਿਸਾਰ ਦਿੱਤਾ ਤਾਂ ਤੇ ਤੇਰੇ ਅੰਦਰੋਂ ਗੁਣ ਖਤਮ ਹੋ ਗਏ ਤੇ ਔਗਣ ਜਿਹੜੇ ਹਨ ਉਹ ਪੈਦਾ ਹੋ ਗਏ। ਇਹਨਾਂ ਔਗਣਾਂ ਕਰਕੇ ਤੂੰ ਫਸਿਆ ਹੋਇਆ ਹੈ। ਇੱਕ ਦਿਨ ਪਰਮੇਸ਼ਰ ਦੇ ਪਿਆਰੇ ਸਾਨੂੰ ਮਿਲੇ, ਸਤਿਗੁਰ ਸੱਜਣ ਮਿਲੇ ਆ। ਪਰਮੇਸ਼ਰ ਦੇ ਪਿਆਰੇ ਸਤਿਗੁਰਾਂ ਨੇ, ਮਹਾਤਮਾ ਨੇ ਕਿਰਪਾ ਕੀਤੀ, ਉਹਨਾਂ ਕੋਲੋਂ ਵਧੀਆ ਸਰ ਗਿਆ ਮੇਰੇ ਵਾਸਤੇ। ਭਲੀ ਸਰੀ ਜੇ ਉਬਰੀ, ਉਹਨਾਂ ਨੇ ਕਿਰਪਾ ਕੀਤਾ, ਮੈਨੂੰ ਇਹਨਾਂ ਵਿਕਾਰਾਂ ਦੇ ਵਿੱਚੋਂ ਬਾਹੋਂ ਫੜ ਕੇ ਖਿੱਚ ਲਿਆ। ਹਉ ਮੈਂ ਮੋਈ ਘਰਾਹੋ, ਜਿਹੜੇ ਮੇਰੇ ਹਿਰਦੇ ਰੂਪੀ ਘਰ ਵਿੱਚ ਹੰਕਾਰ ਨੇ ਕਬਜ਼ਾ ਕੀਤਾ ਹੋਇਆ ਸੀ, ਉਹ ਹੰਕਾਰ ਮਰ ਗਿਆ। ਜਿਹੜੇ ਹੰਕਾਰ ਦੇ ਸਾਥੀ ਦੂਤ, ਜਿਹੜੇ ਹੰਕਾਰ ਦੇ ਸਾਥੀ ਦੂਤ ਹਨ ਗੁਰੂ ਪਿਆਰਿਓ, ਜਿਨ੍ਹਾਂ ਨੇ ਇਹ ਸਰੀਰ ਤੇ ਕਬਜ਼ਾ ਕੀਤਾ ਹੋਇਆ। ਜਿਵੇਂ ਕਬੀਰ ਸਾਹਿਬ ਜੀ ਦਾ ਬਚਨ ਹੈ ਕਿ ਮੈਥੋਂ ਮੇਰਾ ਕਿਲਾ ਖੋਹ ਲਿਆ। ਭਾਵ ਸਰੀਰ ਰੂਪੀ ਕਿਲਾ ਜਿਹੜਾ ਪਰਮੇਸ਼ਰ ਨੇ ਸਾਨੂੰ ਦਿੱਤਾ ਹੈ, ਜੀਵ ਆਤਮਾ ਨੂੰ ਦਿੱਤਾ ਹੈ, ਇਹ ਤੇ ਕਬਜ਼ਾ ਕਰ ਲਿਆ ਕਾਲ ਦੇ ਮਿੱਤਰਾਂ ਨੇ, ਕਾਲਯੁਗ ਦੇ ਮਿੱਤਰਾਂ ਨੇ। ਇਹਦੇ ਉੱਤੇ ਹਉਮੈ ਦਾ ਕਬਜ਼ਾ ਹੈ, ਈਰਖਾ ਦਾ ਕਬਜ਼ਾ ਹੈ, ਕਾਮ ਕ੍ਰੋਧ ਦਾ ਕਬਜ਼ਾ ਹੈ, ਲੋਭ ਮੋਹ ਦਾ ਕਬਜ਼ਾ ਹੈ। ਇਹਨਾਂ ਨੇ ਖੋਹ ਲਿਆ ਸਾਥੋਂ, ਹੁਣ ਇਹ ਵਾਪਸ ਕਿਵੇਂ ਲਈਏ? ਇੱਕ ਦਿਨ ਮਹਾਤਮਾ ਗੁਰੂ ਰੱਬ ਦੇ ਪਿਆਰੇ ਮਿਲੇ, ਗੁਰਮੁਖ ਮਿਲੇ, ਤੇ ਉਹਨਾਂ ਨੇ ਕਿਰਪਾ ਕੀਤੀ। ਮੇਰੇ ਅੰਦਰੋਂ ਪਹਿਲਾਂ ਤਾਂ ਹੰਕਾਰ ਨੂੰ ਮਾਰਨਾ ਕੀਤਾ, ਫਿਰ ਦੂਤ ਲੱਗੇ, ਫਿਰ ਚਾਕਰੀ ਦੂਤ ਦੁਸ਼ਟ, ਜਿਹੜੇ ਮੈਨੂੰ ਦੁੱਖ ਦੇ ਰਹੇ ਸੀਗੇ, ਜਿਹੜੇ ਮੈਨੂੰ ਦਬੱਲੀ ਫਿਰਦੇ ਸੀਗੇ। ਕਿਧਰੇ ਕਾਮ ਦਵਲ ਕੇ ਲੈ ਜਾਂਦਾ, ਕਿਧਰੇ ਕ੍ਰੋਧ ਦਵਲ ਕੇ ਲੈ ਜਾਂਦਾ, ਕਿਧਰੇ ਮੋਹ ਮਮਤਾ ਵਿਸ਼ੇ ਵਿਕਾਰ, ਜਿਹੜੇ ਕਿ ਮੇਰੀ ਬਾਡੀ ਨੂੰ, ਮੇਰੇ ਸਰੀਰ ਨੂੰ ਆਪਦੀ ਮਰਜ਼ੀ ਨਾਲ ਚਲਾਉਣ ਲੱਗ ਪਏ ਸੀ। ਇਹਦੇ ਵਿੱਚ ਬੈਠ ਕੇ ਮੇਰੀ ਸੁਣਦੇ ਨਹੀਂ ਸੀ। ਗੁਰੂ ਨੇ ਕਿਰਪਾ ਕੀਤੀ, ਉਹ ਸਾਰੇ ਹੁਣ ਮੇਰੇ ਨੌਕਰ ਬਣਾ ਦਿੱਤੇ, ਮੇਰੇ ਚਾਕਰ ਬਣਾ ਦਿੱਤੇ। ਕੋ ਸਤਨਾਮ ਸ੍ਰੀ। ਦੂਤ ਲੱਗੇ ਫਿਰ ਚਾਕਰੀ, ਕਹਿੰਦੇ ਉਹ ਸਾਰੇ ਜਿਹੜੇ ਪਹਿਲਾਂ ਮੈਨੂੰ ਦੁੱਖ ਦੇਣ ਵਾਲੇ ਸਨ, ਹੁਣ ਉਹ ਮੇਰੀ ਸੇਵਾ 'ਚ ਲੱਗ ਪਏ। ਭਾਵ ਉਹਨਾਂ ਨੂੰ ਕਨਵਰਟ ਕਰ ਦਿੱਤਾ। ਇਹ ਚੀਜ਼ਾਂ ਪੰਜ ਵਿਕਾਰ ਜਿਹੜੇ ਹਨ, ਇਹਨਾਂ ਦਾ ਤੱਤ ਬਦਲਦਾ ਗੁਰੂ। ਜਿਹੜਾ ਮੋਹ ਹੈ ਉਹ ਪ੍ਰੇਮ ਦੇ ਵਿੱਚ ਕਨਵਰਟ ਹੋ ਜਾਂਦਾ ਹੈ। ਮੋਹ ਕੇਵਲ ਆਪਣੇ ਪਰਿਵਾਰ ਤੱਕ ਸੀਮਤ ਹੁੰਦਾ ਹੈ, ਧੀਆਂ ਪੁੱਤਰਾਂ ਬੱਚਿਆਂ ਤੱਕ, ਸੰਬੰਧੀਆਂ ਤੱਕ। ਪ੍ਰੇਮ ਜਿਹੜਾ ਹੈ ਉਹ ਆਲ ਵਰਲਡ ਦੇ ਮਨੁੱਖਾਂ ਨਾਲ ਹੀ ਨਹੀਂ, ਕੁਦਰਤ ਨਾਲ ਵੀ ਹੋ ਜਾਂਦਾ ਹੈ, ਬਨਸਪਤੀ ਨਾਲ ਵੀ ਹੋ ਜਾਂਦਾ ਹੈ, ਪਸ਼ੂਆਂ ਪੰਛੀਆਂ ਨਾਲ ਵੀ ਹੋ ਜਾਂਦਾ ਹੈ। ਤਾਂ ਮੋਹ ਕਨਵਰਟ ਹੋ ਕੇ ਪ੍ਰੇਮ ਬਣ ਜਾਂਦਾ। ਕਾਮ ਜਿਹੜਾ ਹੈ ਉਹ ਵੀ ਖਤਮ ਹੋ ਕੇ ਪਰਮੇਸ਼ਰ ਦੇ ਮਿਲਣ ਦੀ ਕਾਮਨਾ ਪੈਦਾ ਹੋ ਜਾਂਦੀ ਆ। ਲੋਭ ਜਿਹੜਾ ਹੈ ਉਹ ਦਇਆ ਦੇ ਵਿੱਚ ਕਨਵਰਟ ਹੋ ਜਾਂਦਾ ਹੈ। ਹੰਕਾਰ ਖਤਮ ਹੋ ਜਾਂਦਾ ਹੈ ਤੇ ਉੱਥੇ ਤੂੰ ਹੀ ਦਾ ਜਾਪ ਚੱਲ ਪੈਂਦਾ। ਕੋ ਸਤਨਾਮ ਸ੍ਰੀ। ਉੱਥੇ ਫਿਰ ਤੂੰ ਹੀ ਦਾ ਜਾਪ ਚੱਲਦਾ ਹੈ, ਹੰਕਾਰ ਖਤਮ ਹੋ ਜਾਂਦਾ ਹੈ ਤੇ ਕ੍ਰੋਧ ਜਿਹੜਾ ਹੈ ਉਹ ਵੀ ਖਤਮ ਹੋ ਕੇ ਹੁਣ ਮਨੁੱਖ ਸੰਸਾਰ ਤੇ ਨਹੀਂ, ਆਪਣੇ ਆਪੇ ਤੇ ਕ੍ਰੋਧ ਕਰਦਾ ਹੈ, ਆਪਣੇ ਆਪੇ ਤੇ ਗੁੱਸਾ ਕਰਦਾ ਹੈ ਕਿ ਮੈਂ ਕਿਉਂ ਗਲਤ ਪਾਸੇ ਜਾ ਰਿਹਾ ਹਾਂ। ਇਸ ਕਰਕੇ ਦੂਤ ਲੱਗੇ ਫਿਰ ਚਾਕਰੀ, ਜਿਹੜੇ ਦੁਸ਼ਟ ਮੈਨੂੰ ਦੁੱਖ ਦੇਣ ਵਾਲੇ ਸਨ, ਮੇਰੇ ਅੰਦਰਲੇ ਔਗਣ, ਉਹਨਾਂ ਦਾ ਵੀ ਸੁਭਾਅ ਬਦਲ ਦਿੱਤਾ ਹੈ। ਮਹਾਤਮਾਵਾਂ ਵਿੱਚ, ਗੁਰਮੁਖਾਂ ਦੇ ਵਿੱਚ, ਰੱਬ ਦੇ ਪਿਆਰਿਆਂ ਵਿੱਚ, ਸਤਿਗੁਰਾਂ ਦੇ ਵਿੱਚ ਤਾਂ ਹੈ ਹੀ ਹੈ। ਸਤਿਗੁਰ ਦੇ ਪਿਆਰਿਆਂ ਵਿੱਚ ਵੀ ਇਹ ਪਾਵਰ ਹੁੰਦੀ ਹੈ ਕਿ ਮਨੁੱਖ ਦੇ ਅੰਦਰੋਂ ਕਨਵਰਟ ਹੋ ਜਾਂਦਾ ਸਾਰਾ ਕੁਝ। ਇਹ ਜਿਨ੍ਹਾਂ ਦਾ ਹੋਇਆ ਉਹਨਾਂ ਨੂੰ ਪਤਾ ਹੈ। ਬ੍ਰਹਮ ਗਿਆਨੀ ਕੀ ਗਤ
ब्रह्म ज्ञानी जानै, दूत लगे फिर चाकरी, सतगुर कावे साहू। इस तरह सिखो पातशाह जी बख्शिश करते हैं। इउं ये पंजे विकार जिहड़े सन वो बदल गए। काम काम सब जग करे, काम न जानै कोय, जेती मन की कामना, काम कहावे सोए। धर्म शास्त्र की कहना है, काम केवल एक चीज़ नहीं है जिसनों दुनिया मनती जानती है। सारियां कामनावां ही काम है, भाव इच्छा। तो एक दिन यही इच्छा जिहड़ी लैण दी इच्छा है, एक दिन कन्वर्ट होके दूजे नूं कुछ देण दी इच्छा पैदा हो जाती है। ये कामनावां जिहड़ियां ये खत्म हो जांदियां, आशा तृष्णा खत्म हो जाती है। तो फिर जीव जिहड़ा है इन्हां पंजां विकारां तो बच करके उस परमेश्वर दे प्यारे दे नाल जुड़ जाता है। अपनी कोई प्यारी चीज़ अपने वालों खो ही गई, वो तो क्रोध आउंदा है। पर एक दिन समा मिलता है तो गुरु प्यारिओ मनुख नूं ज्ञान हो जाता है। जब गुरु कृपा सदका फिर पता लगता है कि सब थां ते वो आप ही वरत रहा है। तो इस करके गुरु प्यारो जदों कहते एक समय की गल है, एक संत ने चित्त विच एक दिन आलस कर लई। सर्दी का महीना है तो सर्दी के महीने में फिर गर्म चाहिए है, गरमैश चाहिए है, रजाई छड्डण नूं जी नहीं करता। एक संत रोज़ अमृत वेले उठ के नितनेम करता है, भजन बंदगी करता है। तो एक दिन उसने गुरु प्यारिओ आलस कर लई, उहदे मन ने आलस कर लई। तपस्वी ने उस साधु ने वेखिया कि अज मेरा मन जिहड़ा है मैनू परमेश्वर नाल जुड़न तो वर्ज रहा है। फिर उसने वो क्रोध किया मन उत्ते। मैं पहले बेनती की, ये पंजे विकार जिथे सानू दवल्ली फिरदे सन, हुण ये पंजे विकार साडे काबू च आ गए। हुण इन्हां नूं असीं आपदी मर्जी नाल वरतदे हां। पानी ओही है, नहर दे विचों चलदा होया जिमींदारां दे खेतां तक पहुँचदा है ते फसल पैदा करदा है। ਉਹੀ पानी नहर टुट के बेमुहारा चल पवे तो फसलां खत्म कर दिंदा है। अग ਉਹੀ है जिहदे नाल रोटी पकाउणी है, पर बेमुहारी हो जावे तो वह घर नूं साड़ के स्वाह भी कर दिंदी है। इस तरह ये क्रोध, ये पंज विकार जदों साडे काबू विच नहीं सी तां ये सानूं बड़े दुखदाई सन, दुख दिंदे सन। पर हुण महात्मा ने कृपा कीती, भली सरी जे उभरी बहुत चंगा होया। महापुरुषों कोलों चंगा सरिया, गुरु कोलों चंगा सरिया कि मैनू बचा लिया। हाँ मैं मोई घराहो, पहला तो मेरे हिरदे रूपी घर दे विचों हंकार नूं भजाया। उठ वंजो किल विखो, करता घर आया पापो भज जाओ। हुण इहदा मालक है, बाडी दा इस शरीर दा मालक परमेश्वर है। आत्मा भी इहदी मालक है ते परमेश्वर भी इहदा मालक है। बस जिन्ना चिर आत्मा दे कोल परमेश्वर नहीं आया उन्ना चिर आत्मा दुखी सी। ते जदों ही इसने नाम नूं अपने नाल जोड़ लिया, नाम नाल जुड़ गई ते ये सुखी हो गई ते विकारां नूं भजना पिया। कहंदे जदों उस साधु ने देखिया कि मेरा मन जिहड़ा है अज इशनान वालों आलस करदा है, उस समा तां पिया रहा। जद ना उठिया फिर मन च फुरना आए भी तो गलत गल है। फिर मन दे मगर पै गया, कहना खड़ जा तैनूं मैं दसदा किवें आलस करी दी है। तो अज उठिया नहीं, अमृत वेले उठिया तो वह सने ही रजाई, जुल्ली कहते हैं साधुओं कोले जुल्ली हुंदी है, क्योंकि वह जुल्ली लीरां दी बनी हुंदी है, रजाई रूं दी बना लेंदे आ। वो जुल्ली जिहड़ी उत्ते लैके पिया सी, वो जुल्ली समेत ही जाके सरोवर च वड़ गया, पानी च वड़ गया। कहो सतनाम श्री। सने वो जुल्ली अपनी गिल्ली कर लई ते सने आप इशनान कर लिया ते फिर वो गिल्ली गिल्ली जुल्ली लैके बह गया साइड ते। फिर अंदर बैठा कंबी जावे शरीर, कहन लग्या फिर उसनूं भलिया मानसा जे तू उठ के आपे इशनान कर लैंदा ते मैनूं ये जुल्ली क्यों गिल्ली करनी पैंदी। इस तरह एक दिन फिर वो मान जिहड़ा है वो साधु की मर्जी नाल चल पिया। फरीदा पिछल रात न जागियो जी वंदड़ो मोयोए, ओए तू पिछली रात उठिया नहीं गा, वो जिउंदा ही मर गया तू। ये सानू झड़का मारदी है पवित्र बाणी, जिउंदा ही मर गया।
चल कोई नहीं फरीदा पिछल रात न जागियो जी वंदड़ो मोए ओए जे तै रब विसारिया तां रब न विसरे होए। चल अज विसर गया कल नूं ऐसी गलती नहीं करनी। कहो सतनाम सी अमृत वेला नहीं खजाउणा। इस करके सतगुरु पातशाह जी कहंदे ਉਹ ਸਾਧੂ ਨੇ ਇਹ ਗਿਆਨ ਸਾਨੂੰ ਦਿੱਤਾ ਹੈ ਤੇ ਲੋਭ ਦੀ ਪ੍ਰਾਪਤੀ ਵਾਲਾ ਜਿਹੜਾ ਸਾਡਾ ਮਨ ਹੈ ਉਹ ਪਰਮੇਸ਼ਰ ਪ੍ਰਾਪਤੀ ਦਾ ਲਾਲਚ ਕਰਦਾ। ਇਹ ਲਾਲਚ ਹਉ ਗੁਣ ਤੋਂ ਉਚਰੋਂ ਜਦੋਂ ਇਹ ਕਿਰਪਾ ਹੋ ਜਾਂਦੀ ਹੈ ਤੇ ਮਨੁੱਖ ਦੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਆਪਣੇ ਨਿਤਨੇਮ ਨੂੰ ਹੋਰ ਵਧਾਵਾਂ। ਜਿਵੇਂ ਬਾਬਾ ਨਾਨਕ ਜੀ ਖੁਦ ਕਹਿੰਦੇ ਹਨ, ਇੱਕ ਦੂ ਜੀਭੋਂ ਲੱਖ ਹੋਏ ਲੱਖ ਹੋਵੇ ਲੱਖ 20 ਲੱਖ ਲਾ ਗੇੜਾ ਆਖੀਐ ਏਕ ਨਾਮ ਜਗਦੀਸ਼। ਕਹਿੰਦੇ ਮੇਰੀਆਂ ਇੱਕ ਜੀਭ ਤੋਂ ਲੱਖਾਂ ਤੇ ਲੱਖਾਂ ਤੋਂ 20 ਲੱਖ ਜੀਭਾਂ ਬਣ ਜਾਣ, ਭਾ ਮੇਰਾ ਰੋਮ ਰੋਮ ਜਿਹੜਾ ਹੈ ਉਹ ਜੀਭਾਂ ਬਣ ਜਾਵੇ, ਫਿਰ ਮੈਂ ਇਹਨਾਂ ਸਾਰੀਆਂ 20 ਲੱਖ ਜੀਭਾਂ ਦੇ ਨਾਲ ਪਰਮੇਸ਼ਰ ਦਾ ਨਾਮ ਲਵਾਂ। ਕਹੋ ਸਤਨਾਮ। ਇਹ ਕੀ ਹੈ? ਲਾਲਚੀ ਹੈ ਨਾ। ਸੰਸਾਰ ਨੂੰ ਮਾਇਆ ਦਾ ਲਾਲਚ ਹੈ ਤੇ ਨਾਮ ਜਪਣ ਵਾਲਿਆਂ ਨੂੰ ਫਿਰ ਭਜਨ ਬੰਦਗੀ ਦਾ ਲਾਲਚ ਵੱਧ ਜਾਂਦਾ ਹੈ। ਤੋ ਲੋਭ ਜਿਹੜਾ ਹੈ ਕਨਵਰਟ ਹੋ ਕੇ ਪਰਮੇਸ਼ਰ ਦੀ ਪ੍ਰਾਪਤੀ ਵਿੱਚ ਬਦਲ ਜਾਂਦਾ ਹੈ। ਇਸੇ ਤਰ੍ਹਾਂ ਹੀ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ। ਇਉਂ ਨਾਮ ਜਪਦਿਆਂ ਮਨੁੱਖ ਦੇ ਅੰਦਰ ਫਿਰ ਜਿਹੜੀ ਹੰਕਾਰ ਵਾਲੀ ਭਾਵਨਾ ਹੈ, ਮੈਂ ਇਹ ਕਰਤਾ ਮੈਂ ਉਹ ਕਰਤਾ। ਕਬੀਰ ਕਹਿੰਦਾ ਹੁਣ ਤਾਂ ਨਾਮ ਜਪਦੇ ਜਦੋਂ ਕੋਈ ਕਬੀਰ ਕਹਿ ਕੇ ਆਵਾਜ਼ ਮਾਰਦਾ ਨਾ ਉਦੋਂ ਬੋਲਿਆ ਨਹੀਂ ਜਾਂਦਾ ਵੀ ਕਬੀਰ ਹੈ ਹੀ ਨਹੀਂ, ਕਬੀਰ ਮਰ ਚੁੱਕੇ ਆ। ਕਹੋ ਸਤਨਾਮ ਸੀ। ਜਬ ਆਪਾ ਪਰਕਾ ਮਿਟ ਗਿਆ ਜਦ ਦੇਖੋ ਤਾਂ ਤੂੰ। ਜਦੋਂ ਆਪਣਾ ਤੇ ਬੇਗਾਨਾ ਸਭ ਖਤਮ ਹੋ ਗਿਆ ਹੁਣ ਹਰ ਥਾਂ ਤੇ ਉਹ ਹੀ ਦਿਖਾਈ ਦੇਣ ਲੱਗ ਜਾਂਦਾ ਹੈ। ਉਸ ਤੱਤ ਦਾ ਉਸ ਤੂੰ ਦਾ ਪਤਾ ਲੱਗ ਜਾਂਦਾ ਹੈ। ਫਿਰ ਉਸ ਦੀ ਮੈਂ ਵਾਲੀ ਹੰਕਾਰ ਵਾਲੀ ਆਵਾਜ਼ ਵੀ ਖਤਮ ਹੋ ਜਾਂਦੀ ਹੈ। ਫਿਰ ਉਹ ਦਾਸ ਭਾਵ ਤੇ ਆ ਜਾਂਦਾ ਹੈ। ਤੋ ਇਸ ਤਰ੍ਹਾਂ ਪੰਜੇ ਦੁਸ਼ਟ ਜਿਹੜੇ ਮੈਨੂੰ ਦੁੱਖ ਦੇ ਰਹੇ ਸੀਗੇ, ਦੂਤ ਲੱਗੇ ਫਿਰ ਚਾਕਰੀ ਸਤਿਗੁਰ ਕਾ ਵੇਸਾਹੋ। ਕਹਿੰਦੇ ਇਸ ਤਰ੍ਹਾਂ ਜਿਹੜੇ ਦੂਤ ਜਿਹੜੇ ਦੁਸ਼ਟ ਮੈਨੂੰ ਦੁੱਖ ਦੇ ਰਹੇ ਸੀਗੇ ਹੁਣ ਉਹ ਸਾਰੇ ਮੇਰੇ ਮਿੱਤਰ ਬਣ ਗਏ ਹਨ। ਜਿਵੇਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਦੀ ਕਹਾਣੀ ਹੈ। ਇੱਕ ਵਾਰੀ ਕਹਿੰਦੇ ਜਦ ਇਹਨਾਂ ਨੇ ਹਮਲਾ ਕੀਤਾ ਇੱਕ ਵਾਰ, ਤੇ ਹਮਲੇ ਦੇ ਦੌਰਾਨ ਜੰਗ ਦੇ ਦੌਰਾਨ ਅਫਗਾਨਿਸਤਾਨ ਦੇ ਆਕੀ ਪਠਾਨਾਂ ਨੂੰ ਫੜ ਲਿਆ। ਅਫਗਾਨਿਸਤਾਨ 'ਤੇ ਇੱਕ ਵਾਰ ਹਮਲਾ ਹੋਇਆ ਕਿਉਂਕਿ ਪੰਜਾਬ ਦੇ ਵਿੱਚ ਰਾਜ ਜਿਹੜਾ ਸੀਗਾ ਇਹ ਅਫਗਾਨਿਸਤਾਨ ਤੱਕ ਦੂਰ ਤੱਕ ਫੈਲਿਆ ਹੋਇਆ ਸੀਗਾ, ਜਿਹੜਾ ਕਿ ਹੌਲੀ ਹੌਲੀ ਘਟਦਾ ਇੱਥੇ ਪੰਜਾਬ ਰਹਿ ਗਿਆ। ਤੋ ਇਹ ਮਹਾਂਜੀਤ ਸਿੰਘ ਦਾ ਰਾਜ ਜਿਹੜਾ ਸੀਗਾ ਉਹ ਇਹਨਾਂ ਪਠਾਨਾਂ ਨੂੰ ਕੈਦ ਜਦ ਕੀਤਾ ਖੁਫੀਆ ਤੌਰ 'ਤੇ, ਰਾਤ ਨੂੰ ਉਹਨਾਂ ਦੇ ਕੋਲ ਜਾ ਕੇ ਰਣਜੀਤ ਸਿੰਘ ਜੀ ਮਿਲੇ ਕਿਉਂ ਗੁਰਮੁਖ ਸੀਗੇ। ਤਾਂ ਹੁਣ ਇੱਕ ਪਾਸੇ ਰਾਜਾ ਜਿਹੜਾ ਜਦ ਆਪਣੇ ਦੁਸ਼ਮਣ ਨੂੰ ਫੜਦਾ ਤੇ ਲਗਭਗ ਉਹਨੂੰ ਖਤਮ ਹੀ ਕਰਦਾ ਜਾਂ ਕੈਦ ਕਰ ਦਿੰਦਾ ਹੈ, ਪਰ ਮਹਾਰਾਜਾ ਰਣਜੀਤ ਸਿੰਘ ਜੀ ਨੇ ਸੋਚਿਆ ਕਿ ਬੰਦੇ ਨੂੰ ਮਾਰਨ ਦੀ ਬਜਾਏ ਉਹਦੇ ਔਗਣਾਂ ਨੂੰ ਮਾਰਨਾ ਚਾਹੀਦਾ। ਹੁਣ ਕੀ ਕੀਤਾ, ਰਣਜੀਤ ਸਿੰਘ ਜੀ ਨੇ ਜਾ ਕੇ ਭੇਸ ਬਦਲ ਕੇ ਉਹਨਾਂ ਕੋਲ ਪਹੁੰਚ ਕੀਤੀ ਔਰ ਉਹਨਾਂ ਕੋਲ ਜਾ ਕਰਕੇ ਪੁੱਛਦਾ ਹੈ, ਜੇ ਤੁਹਾਡੇ ਗੁਣਾਂ ਦਾ ਸਦਕਾ ਮੈਂ ਤੁਹਾਨੂੰ ਤੁਹਾਡੇ ਔਗਣਾਂ ਦਾ ਸਦਕਾ ਚਾਹਾਂ ਤਾਂ ਫਾਂਸੀ ਦੇ ਸਕਦਾ, ਮਾਰ ਸਕਦਾ, ਪਰ ਜੇ ਤੁਸੀਂ ਔਗਣ ਛੱਡ ਕੇ ਗੁਣਾਂ ਨੂੰ ਧਾਰਨ ਕਰ ਲਓ ਤਾਂ ਮੈਂ ਤੁਹਾਨੂੰ ਛੱਡ ਵੀ ਸਕਦਾ। ਉਹਨਾਂ ਪਠਾਨਾਂ ਦੇ ਨਾਲ ਇਹ ਗੱਲ ਕੀਤੀ ਕਿ ਮੈਂ ਤੁਹਾਡੇ ਗੁਣਾਂ ਦਾ ਸਦਕਾ, ਤੁਸੀਂ ਬੜੇ ਯੋਧੇ ਹੋ, ਮੈਂ ਤੁਹਾਨੂੰ ਆਪਣੀ ਫੌਜ ਦੇ ਜਰਨੈਲ ਲਾ ਲਵਾਂਗਾ, ਦੱਸੋ ਤੁਸੀਂ ਇਸੇ ਤਰ੍ਹਾਂ ਆਕੀ ਹੋਣਾ ਜਾਂ ਫਿਰ ਪਿਆਰ ਦੇ ਨਾਲ ਨਿਭਣਾ ਹੈ। ਤਾਂ ਉਹ ਪਠਾਨ ਕਹਿਣ ਲੱਗੇ ਆਪਣੀ ਜਾਨ ਬਸਾਉਣ 'ਤੇ ਆਕੜ ਛੱਡ ਕੇ ਮਹਾਂਜੀਤ ਸਿੰਘ ਦਾ ਬਚਨ ਮੰਨ ਕੇ ਫੌਜ ਵਿੱਚ ਸੇਵਾ ਕਰਨ ਲੱਗ ਪਏ। ਉਹਨੂੰ ਆਪਣੀ ਫੌਜ 'ਚ ਭਰਤੀ ਕਰ ਲਿਆ। ਇਉਂ ਵੀ ਦੁਸ਼ਮਣ ਨੂੰ ਮਾਰਿਆ ਜਾ ਸਕਦਾ, ਜ਼ਰੂਰੀ ਨਹੀਂ ਕਿ ਦੁਸ਼ਮਣ ਨੂੰ ਮਾਰ ਕੇ ਮਾਰਿਆ ਜਾ ਸਕਦਾ ਹੈ, ਦੁਸ਼ਮਣ ਦੇ ਵਿਕਾਰਾਂ ਨੂੰ ਮਾਰ ਕੇ ਵੀ ਮਾਰਿਆ ਜਾ ਸਕਦਾ। ਇਸ ਤਰ੍ਹਾਂ ਦੂਤ ਲੱਗੇ ਫਿਰ ਚਾਕਰੀ। ਰਣਜੀਤ ਸਿੰਘ ਦੇ ਐਂਟੀ ਉਹੀ ਪਠਾਨ ਆਕੀ ਪਠਾਨ ਹੁਣ ਮਹਾਰਾਜਾ ਰਣਜੀਤ ਸਿੰਘ ਜੀ ਦੇ ਸੇਵਕ ਬਣ ਗਏ, ਨੌਕਰ ਬਣ ਗਏ, ਫੌਜੀ ਬਣ ਗਏ ਤੇ ਉਹਦੇ ਨਾਲ ਸੇਵਾ ਕਰਨ ਲੱਗ ਪਏ। ਇਹ ਕਹਾਣੀ ਹੈ ਰਣਜੀਤ ਸਿੰਘ ਜੀ ਦੇ ਰਾਜ ਦੇ ਸਮੇਂ ਦੀ। ਖੈਰ ਪ੍ਰੀਤਮ ਜੀ ਅੱਗੇ ਕਹਿੰਦੇ, ਕਲਪ ਤਿਆਗੀ ਬਾਦ ਹੈ
फिर मनुख के अंदर सिख के अंदर जो किरपा होंदी है फिर वो अंदरियाँ कल्पना फुरने बनते हैं, मैं आए करा तो आए हो जे, आए करा तो आए हो जे। वो कल्पना फुरने उन्होंने सारे बेकार लगते हैं, एवं लगते हैं। झगड़े जिहड़े साडे अंदर भी चलते रहंदे आ। कई बारी साडा कोई दुश्मन साडे याद आउंदा है, साडे दिमाग दे विच ओहदे परथाए अनेकां तरह के फुरने चलते हैं। एवं झगड़ा चली जाता, दुश्मन किते होर बैठे, असीं किते होर बैठे हाँ। साडे दिमाग दे विच ओहदे परथाए अनेकां तरह दीयां कल्पना चलनियां शुरू हो जांदियां हैं। वो है कल्पना, वो झगड़े हैं जिन्हां दा कोई फायदा नहीं। तो इस तरह सिख नूं ये पता लग जाता है कि इन्हां कल्पनावां दा त्याग ही चंगा है, इन्हां दा कोई फायदा नहीं। कल्प त्यागी बात है, मैं कल्पना भी त्याग दिती है। भली सरी चंगा होया गुरु ने महात्मा ने मेरे ते कृपा कर दी है। कल्प त्यागी बात है, सच्चा बेपरवाह हो। इयों मेरे हृदय के अंदर आ करके वो सच्चे दी स्थिति हो गई है। वो बेपरवाह परमेश्वर प्रभु मेरे अंदर वस गया है, परम आनंद वस गया है। आनंद ही आनंद सब को कहे, परमेश्वर दे बेअंत नाम है। आनंद भी ओदा नाम है, सच भी ओदा नाम है, निरभौ निरवैर भी ओदा नाम है। इस करके इत्थे ओदा नाम वरतिया है गुरु प्यारिओ परमानंद। आनंद आनंद सब को कहे, आनंद गुरु ते जानिया। आनंद तां सारी कहंदे है, पर वो परम आनंद जो परमेश्वर की कृपा नाल मिलदा है, वो गुरु की कृपा नाल मैनू प्राप्त होया। तां ते फिर अपने मन नूं संबोधन करके से कहंदा, ओ मना मन रे सच मिले पौ जाए। आओ ओ सच दे नाल जुड़ना करिए, क्योंकि उस परमेश्वर दे नाल जुड़ करके ही असी जिहड़ी है ये प्राप्ति कर सकते हाँ। उस गुरु की कृपा सदका ही मन रे सच मिले पौ जाए। सच नाल जुड़ांगे तो डर खत्म आ। कोई मनुख अपने व्यापार दे विच सच वरतदा है, उन्होंने किसी का कोई खतरा नहीं है। कोई बच्चा माँ प्यो दे नाल सच बोलता है, उन्होंने माँ प्यो का कोई डर नहीं है। जो सच है दस दिता सामने है। झूठ बोल दईए तो उस झूठ के प्रगट होने का खतरा बनिया रहिंदा है। यार जे पता लग गया फिर की बनूंगा, कोई सतनाम श्री। इस तरह कोई भी थर्ड परसन स्त्री पुरुष एक दूजे दे नाल सच दा व्यवहार करते हैं, ईमानदारी वरतते हैं, तो दोनों नूं एक दूजे तो कोई डर नहीं। जे एक दूजे तो दोने ही कुछ छुपाउंदे हैं तो उस दे प्रगट होने का डर बनिया रहिंदा। इस करके पातशाह कहंदे मना सच नाल जुड़। सच मिले भौ जाए, सारे डर खत्म हो जाएंगे जब सच नाल जुड़ांगे। जब सच का बीज बीजांगे तो सच उगेगा। पिछले शब्द भी आपा पढ़िया सीगा, सच मिले सच उपजै, सच में सच समाए। जब सच नाल जुड़ांगे तो सच प्रगट होवेगा, जो बीजांगे उही उगरेगा ना। इस करके जदों मनुख सच बीजदा है, भाव दुनिया नाल सच्चा वरताव करदा है, ईमानदारी नाल अपना जीवन वृतांत करदा है, तो उस वेले फिर इहदे अंदर सच प्रगट हो जाता है। परमेश्वर रूपी सच भी आ जाता, प्रभु भी मिल जाता। सच मिले सच उपजै, सच में साज समाए, सुरत होवे पत उगवे। जे सच नाल जुड़े होइए तो साडे अंदर इज्जत पैदा होंदी है। जिवें बीज दे विचों पहला दो पत्ते निकलते हैं, फिर उस तो टहनियां ते अनेकां तरह के जैसा बीज हुंदा है उहो जे फल लगदे है। ते जिहो जिहा साडा जीवन होवेगा उहो जिहा सानू अगों सुख जां दुख रूपी फल मिलते रहंदे हैं। सच मिले पति उगवै, गुर बचनी पौ खाए, नानक सच्चा पातशाह आपे ले मिलाए। जब सच ते चलांगे तो वो सच रूपी परमेश्वर एक दिन आपे ही सानू अपने विच मिला लवेगा। इस करके सिख दे अंदर मन रे सच मिले पौ जाए। वो मना सच नाल जुड़िए, सारे डर खत्म हो जाएंगे। भै बिन निरभौ क्यों थी है। जिन्ना चिर असीं डरी जाने उन्ना चिर असीं निरभौ किवें हो सकते हैं। असीं निरभौ उदों ही होवांगे
ਜਦੋਂ ਸਾਡੀ ਅੰਦਰੋਂ ਭੈ ਖਤਮ ਹੋ ਗਏ। ਪਰ ਇਸ ਸੰਸਾਰ ਦੇ ਸਾਰੇ ਭੈ ਨੂੰ ਖਤਮ ਕਰਨ ਵਾਸਤੇ ਸਾਨੂੰ ਇੱਕ ਉਹ ਭੈ ਚਾਹੀਦਾ ਹੈ ਜਿਸ ਦੇ ਸਾਹਮਣੇ ਸਾਰੇ ਭੈ ਖੜ ਨਹੀਂ ਸਕਦੇ। ਉਹ ਭੈ ਹੈ ਗੁਰੂ ਦਾ। ਜਿਹੜਾ ਗੁਰੂ ਦੇ ਭੈ ਵਿੱਚ ਰਹਿੰਦਾ ਹੈ ਉਹਨੂੰ ਕਿਸੇ ਦਾ ਭੌ ਨਹੀਂ ਆ ਮੁੜ ਕੇ। ਔਰ ਪੜ੍ਹ ਲਓ ਇਤਿਹਾਸ ਸਾਰਾ ਸਿੱਖੀ ਦਾ, ਜਿਨ੍ਹਾਂ ਨੇ ਗੁਰੂ ਪਿਆਰੋਂ ਬੰਦ ਬੰਦ ਕਟਵਾਏ, ਖੋਪਰੀਆਂ ਤੁਰਵਾਈਆਂ, ਚਰਖੜੀਆਂ ਤੇ ਚੜੇ, ਉਹ ਨਿਰਭਉ ਹੋ ਕੇ ਤਾਂ ਸ਼ਹੀਦੀਆਂ ਪਾ ਗਏ ਨਾ। ਪਰ ਉਹਨਾਂ ਨੇ ਇੱਕ ਭਉ ਧਾਰਿਆ ਸੀਗਾ, ਭਾਂਡਾ ਭਾਉ। ਪ੍ਰੇਮ ਤੇ ਡਰ, ਇਹ ਦੋ ਚੀਜ਼ਾਂ, ਗੁਰੂ ਨਾਲ ਪ੍ਰੇਮ ਵੀ ਹੋਵੇ ਤੇ ਗੁਰੂ ਦਾ ਡਰ ਵੀ ਹੋਵੇ। ਜਿਹਦੇ ਅੰਦਰ ਇਹ ਚੀਜ਼ਾਂ ਪ੍ਰਗਟ ਹੋ ਗਈਆਂ ਉਹਦੇ ਅੰਦਰ ਸੰਸਾਰ ਦੇ ਬਾਕੀ ਸਾਰੇ ਡਰ ਖਤਮ ਹੋ ਜਾਂਦੇ ਆ। ਜੇ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਰੂਪ ਸਮਾਸੀ। ਇਸ ਕਰਕੇ ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਜੋ ਹੈ ਉਸ ਨੂੰ ਪਾਉਣ ਦੇ ਲਈ ਉਹਦੇ ਭੈ ਵਿੱਚ ਰਹਿਣਾ ਵੀ ਪਵੇਗਾ। ਉਹਦੇ ਭੈ ਤੋਂ ਬਿਨਾਂ ਤੂੰ ਨਿਰਭਉ ਨਹੀਂ ਹੋ ਸਕਦਾ। ਜਿਹੜੇ ਨਿਰਭਉ ਹੋ ਕੇ ਬੋਲਦੇ, ਚਾਹੇ ਸ਼ਹੀਦ ਭਗਤ ਸਿੰਘ ਹੈ ਤੇ ਚਾਹੇ ਗੁਰਸਿੱਖੀ ਦੇ ਵਿੱਚ ਗੁਰੂ ਪਿਆਰਿਓ ਅਨੇਕਾਂ ਸ਼ਹੀਦ ਹਨ, ਉਹਨਾਂ ਸਾਰਿਆਂ ਨੇ ਸੱਚ ਬੋਲਿਆ, ਸੱਚ ਨਾਲ ਜੁੜਨਾ ਕੀਤਾ ਹੈ, ਇਮਾਨਦਾਰੀ ਵਰਤੀ ਹੈ, ਪਰਮੇਸ਼ਰ ਨਾਲ ਜੁੜ ਗਏ, ਸੱਚ ਨਾਲ ਜੁੜ ਗਏ, ਸਮਝੋ ਪਰਮੇਸ਼ਰ ਨਾਲ ਜੁੜ ਗਏ। ਤੇ ਫਿਰ ਉਹਨਾਂ ਨੂੰ ਕਿਸੇ ਦਾ ਡਰ ਨਹੀਂ, ਮੌਤ ਤੋਂ ਵੀ ਬੇਪਰਵਾਹ ਹੋ ਗਏ, ਮੌਤ ਦਾ ਵੀ ਡਰ ਖਤਮ ਹੋ ਗਿਆ। ਸ਼ਹਬਾਜ਼ ਸਿੰਘ ਪਿਓ ਪੁੱਤ ਦੋ ਜਣੇ ਚਰਖੜੀਆਂ ਤੇ ਚੜੇ ਹਨ। ਕਾਰਨ ਕੀ ਸੀਗਾ ਕਿ ਜਿਹੜਾ ਪਿਤਾ ਸੀਗਾ ਉਹ ਮੁਗਲਾਂ ਦਾ ਨੌਕਰ ਸੀਗਾ, ਨੌਕਰੀ ਕਰਦਾ ਸੀਗਾ। ਉਸ ਦਾ ਪੁੱਤਰ ਨੌਜਵਾਨ ਹੋਇਆ। ਉਹਨਾਂ ਮੁਗਲਾਂ ਦੀ ਲੜਕੀ ਨੇ ਉਸ ਨੂੰ ਕਿਤੇ ਦੇਖਿਆ। ਉਹ ਕਹਿਣ ਲੱਗੀ, ਅੱਬਾ ਮੈਂ ਤਾਂ ਉਹ ਸਿੱਖ ਦੇ ਬੱਚੇ ਨਾਲ ਵਿਆਹ ਕਰਾਉਣਾ। ਉਹ ਕਹਿੰਦਾ ਗੱਲ ਹੀ ਕੋਈ ਨਹੀਂ, ਆਪਾਂ ਪੁੱਛ ਲੈਂਦੇ ਹਾਂ। ਜਦ ਉਸਦੇ ਪਿਤਾ ਨੇ ਪੁੱਛਿਆ, ਬਈ ਸਿੱਖਾ, ਹਾਂਜੀ ਸਾਡੀ ਲੜਕੀ ਤੁਹਾਡੇ ਲੜਕੇ ਨਾਲ ਸ਼ਾਦੀ ਕਰਾਉਣਾ ਚਾਹੁੰਦੀ ਹੈ। ਉਹ ਕਹਿੰਦਾ ਇਹ ਨਹੀਂ ਹੋ ਸਕਦਾ। ਕਹੋ ਸਤਨਾਮ ਸੀ, ਠੀਕ ਹੈ ਮੈਂ ਨੌਕਰੀ ਕਰਦਾ ਤੇਰੇ ਕੋਲੇ ਆਪਦੇ ਪੇਟ ਪਾਲਣ ਵਾਸਤੇ, ਇਹ ਮੇਰੀ ਕਿਰਤ ਹੈ, ਪਰ ਧਰਮ ਤੇਰਾ ਅਲੱਗ ਹੈ ਸਾਡਾ ਅਲੱਗ ਹੈ, ਇਹ ਨਹੀਂ ਹੋ ਸਕਦਾ ਗਾ। ਜਦ ਇਹ ਜਵਾਬ ਦੇ ਦਿੱਤਾ ਤਾਂ ਗੁਰੂ ਪਿਆਰਿਓ ਹੁਣ ਉਹ ਮੌਕੇ ਦੀ ਸਰਕਾਰੀ ਬੰਦਾ ਸੀਗਾ, ਗੁੱਸੇ 'ਚ ਆ ਗਿਆ ਤੇ ਗੁੱਸੇ ਵਿੱਚ ਆ ਕਰਕੇ ਇਹਨਾਂ ਨੂੰ ਕਈ ਤਰ੍ਹਾਂ ਦੇ ਦੁੱਖ ਦੇ ਕੇ ਮਨਾਉਣਾ ਚਾਹਿਆ, ਪਰ ਇਹ ਨਾ ਮੰਨੇ ਤੇ ਅਖੀਰ ਇਹਨਾਂ ਦੋਹਾਂ ਪਿਓ ਪੁੱਤਾਂ ਨੂੰ ਚਰਖੜੀ ਤੇ ਚੜਾ ਕੇ ਸ਼ਹੀਦ ਕਰ ਦਿੱਤਾ ਗਿਆ। ਭਾਵ ਉਹਨਾਂ ਨੇ ਆਪਣਾ ਸੱਚ, ਆਪਣਾ ਧਰਮ ਜਿਹੜਾ ਸੀ ਉਹ ਨਹੀਂ ਤਿਆਗਿਆ। ਕੋਈ ਸਤਨਾਮ ਸੀ। ਜਿਨ੍ਹਾਂ ਨੇ ਆਪਣਾ ਧਰਮ ਨਹੀਂ ਤਿਆਗਿਆ ਉਹ ਪਰਮੇਸ਼ਰ ਵਿੱਚ ਮਿਲ ਜਾਂਦੇ ਹੈ। ਭੈ ਬਿਨ ਨਿਰਭਉ ਕਿਉ ਥੀਐ। ਜਿੰਨਾ ਚਿਰ ਗੁਰੂ ਦੇ ਡਰ ਵਿੱਚ ਨਹੀਂ ਆਉਂਦੇ ਉਹਨਾਂ ਚਿਰ ਅਸੀਂ ਨਿਡਰ ਵੀ ਨਹੀਂ ਹੋ ਸਕਦੇ। ਨਿਡਰ ਵੀ ਬ੍ਰਹਮ ਗਿਆਨੀ ਹੁੰਦਾ, ਨਾਮ ਜਪਣ ਵਾਲਾ ਹੁੰਦਾ ਹੈ, ਜਿਹੜਾ ਰੱਬ ਦੇ ਭਾਵ ਵਿੱਚ ਹੁੰਦਾ ਹੈ। ਜਿਸ ਨਿਡਰਤਾ ਦੇ ਨਾਲ ਨੌਵੇਂ ਪਾਤਸ਼ਾਹ ਜੀ ਨੇ ਸ਼ਹੀਦੀ ਪਾਈ ਔਰੰਗਜ਼ੇਬ ਕੋਲ ਜਾ ਕੇ ਉਹਨੂੰ ਸਮਝਾਉਂਦਿਆਂ ਹੋਇਆਂ, ਭਾਵੇਂ ਕਿ ਬੜੀਆਂ ਹੀ ਅੰਦਰ ਕਰਾਮਾਤੀ ਸ਼ਕਤੀਆਂ ਵੀ ਸੀ ਤੇ ਔਰੰਗਜ਼ੇਬ ਕਹਿੰਦਾ ਮੈਨੂੰ ਕਰਾਮਾਤ ਵਿਖਾ ਦਿਓ, ਚਲੇ ਜਾਓ, ਤੇ ਪਾਤਸ਼ਾਹ ਕਹਿੰਦੇ ਕਰਾਮਾਤ ਅਸੀਂ ਕੋਈ ਵਿਖਾਉਣੀ ਨਹੀਂ। ਵੈਸੇ ਉੱਥੇ ਬੜੀ ਕਰਾਮਾਤ ਵਰਤੀ ਆ, ਪਰ ਉਹ ਚਾਹੁੰਦਾ ਸੀ ਕਿ ਗੁਰੂ ਤੇਗ ਬਹਾਦਰ ਕਹੇ ਕਿ ਮੈਂ ਆਹ ਕਰਾਮਾਤ ਕਰਕੇ ਵਿਖਾਈ ਆ ਤੈਨੂੰ। ਇਹ ਕੰਮ ਕਰਨਾ ਨਹੀਂ ਸੀ, ਗੁਰੂ ਤੇਗ ਬਹਾਦਰ ਜੀ ਨੇ ਕੀਤਾ ਨਹੀਂ। ਉਹ ਕਹਿੰਦਾ ਜਾਂ ਕਰਾਮਾਤ ਵਿਖਾ ਦੇ ਜਾਂ ਮੁਸਲਮਾਨ ਬਣ ਜਾ, ਅਸੀਂ ਤੈਨੂੰ ਪੀਰ ਕਰਕੇ ਪੂਜਾਂਗੇ। ਪਾਤਸ਼ਾਹ ਕਹਿੰਦੇ ਨਾ ਮੈਨੂੰ ਪੀਰੀ ਦੀ ਲੋੜ ਹੈ। ਕਹਿੰਦੇ ਫਿਰ ਮੇਰੀ ਤਲਵਾਰ ਤੇਰਾ ਸੀਸ ਕਲਮ ਕਰੇਗੀ। ਗੁਰੂ ਤੇਗ ਬਹਾਦਰ ਜੀ ਕਹਿੰਦੇ ਮੇਰਾ ਵੀ ਨਾਮ ਤੇਗ ਬਹਾਦਰ ਹੈ, ਤੇਰੀ ਤਲਵਾਰ ਕੱਟਣ ਤੋਂ ਪਹਿਲਾਂ ਮੈਂ ਆਪਣੇ ਆਪ ਹੀ ਕੱਟਿਆ ਜਾਵਾਂਗਾ, ਤੇਰੀ ਤਲਵਾਰ ਮੈਨੂੰ ਕੱਟ ਨਹੀਂ ਸਕਦੀ। ਕਹੋ ਸਤਨਾਮ ਸ੍ਰੀ। ਭਾਵ ਉਹਨਾਂ ਦੇ ਜਲਾਦ ਨੇ ਤਲਵਾਰ ਤਾਂ ਚਲਾਈ, ਪਰ ਉਹਦੀ ਤਲਵਾਰ ਸਰੀਰ ਸਿਰ ਤੱਕ ਪਹੁੰਚਦੀ, ਧੌਣ ਤੱਕ ਪਹੁੰਚਦੀ, ਉਦੋਂ ਪਹਿਲਾਂ ਧੌਣ ਤੋਂ ਜਿਹੜਾ ਹੈ ਸੀਸ ਅਲੱਗ ਹੋ ਗਿਆ ਤੇ ਭਾਈ ਜੈਤੇ ਦੇ ਹੱਥ ਵਿੱਚ ਆ ਗਿਆ। ਉਹ ਸੰਭਾਲ ਕੇ ਇੱਧਰ ਚੱਕ ਲਿਆ। ਤੋ ਕਹਿਣ ਤੋਂ ਭਾਵ ਹੈ ਕਿ ਪਰਮੇਸ਼ਰ ਦੇ ਪਿਆਰੇ ਜਿਹੜੇ ਨਿਰਭਉ ਹੋ ਜਾਂਦੇ ਆ, ਕਿਹੜੇ? ਜਿਹੜੇ ਗੁਰੂ ਦੇ ਡਰ ਵਿੱਚ ਰਹਿੰਦੇ ਹਨ। ਭੈ ਬਿਨ ਨਿਰਭਉ ਕਿਉ ਥੀਐ, ਗੁਰਮੁਖ ਸ਼ਬਦ ਸਮਾਏ ਰਹਾਓ, ਕੇਤਾ ਆਖਣ ਆਖੀਐ। ਕਹਿਣ ਲੱਗੇ ਇਸ ਤੋਂ ਉੱਤੇ ਮੈਂ ਤੁਹਾਨੂੰ ਹੋਰ ਕੀ ਦੱਸਾਂ।
ਉਹਨਾਂ ਦਾ ਲੋਕ ਤੇ ਪਰਲੋਕ ਦੋਨੇ ਹੀ ਸਬਰ ਜਾਂਦੇ ਹਨ। ਇਸ ਤਰ੍ਹਾਂ ਸਾਰੀ ਦੁਨੀਆ ਡਰ ਵਿੱਚ ਹੈ। ਚੂਹੇ ਬਿੱਲੀ ਤੋਂ ਡਰਦੇ ਹੈ, ਬਿੱਲੀ ਕੁੱਤਿਆਂ ਤੋਂ ਡਰਦੀ ਹੈ, ਕੁੱਤਾ ਮਨੁੱਖ ਤੋਂ ਡਰਦਾ ਹੈ, ਮਨੁੱਖ ਸ਼ੇਰਾਂ ਤੋਂ ਡਰਦਾ ਹੈ, ਆਦਿ ਕੋਈ ਨਾ ਕੋਈ ਡਰ ਮਨੁੱਖ ਦੇ ਅੰਦਰ ਬਣਿਆ ਰਹਿੰਦਾ ਹੈ। ਤਾਂ ਪਾਤਸ਼ਾਹ ਜੀ ਕਹਿੰਦੇ ਜਿਹੜੇ ਇੱਥੇ ਗੁਰੂ ਦੇ ਡਰ ਵਿੱਚ ਜੀਵਨ ਵਿਚਰ ਨਹੀਂ ਕਰਦੇ, ਸੰਸਾਰ ਦੇ ਨਾਲ ਚੰਗਾ ਵਰਤਾਓ ਨਹੀਂ ਕਰਦੇ, ਉਹਨਾਂ ਨੂੰ ਇੱਕ ਦਿਨ ਫਿਰ ਮੌਤ ਦੇ ਅਜਰਾਇਲ ਫਰਿਸ਼ਤੇ ਨੇ ਫੜਨਾ। ਪਾਪ ਕਰੇਦੜ ਸਰ ਪਰ ਮੁੱਠੇ, ਸਰ ਪਰ ਹੁੰਦਾ ਲੋਹੇ ਤੇ ਲਕੀਰ। ਪੱਕੀ ਗੱਲ ਹੈ, ਜਿਹੜੇ ਪਾਪ ਕਰਦੇ ਆ ਡਰਦੇ ਨਹੀਂ, ਲੋਕਾਂ ਨੂੰ ਦੁੱਖ ਦਿੰਦੇ ਹਨ। ਪਾਪ ਕਰੇਦਰ ਸਰ ਪਰ ਮੁੱਠੇ, ਅਜਰਾਇਲ ਫੜੇ, ਮੌਤ ਦੇ ਫਰਿਸ਼ਤੇ ਨੇ, ਮੌਤ ਦੇ ਦੇਵਤੇ ਨੇ। ਕਹਿੰਦੇ ਉਹ ਫੜੇ, ਮੁਸਲਮਾਨੀ ਮਤ ਦਾ ਸ਼ਬਦ ਹੈ ਅਜਰਾਇਲ। ਮੌਤ ਦਾ ਫਰਿਸ਼ਤਾ ਉਹਨਾਂ ਨੂੰ ਫੜਦਾ ਹੈ। ਅਜਰਾਇਲ ਫੜੇ, ਫੜ ਕੁੱਠੇ, ਕੁੱਠੇ ਟੋਟਾ ਟੋਟਾ ਕਰਕੇ ਉਹਨਾਂ ਨੂੰ ਵੱਢਿਆ। ਫਿਰ ਦੋਜਕ ਪਾਏ ਸਿਰਜਣਹਾਰੇ, ਪਰਮੇਸ਼ਰ ਦੇ ਹੁਕਮ ਨਾਲ, ਸਿਰਜਣਹਾਰਾ ਪਰਮੇਸ਼ਰ, ਪਰਮੇਸ਼ਰ ਦੇ ਹੁਕਮ ਨਾਲ ਫਿਰ ਧਰਮਰਾਜ ਨੇ ਉਹਨਾਂ ਨੂੰ ਨਰਕਾਂ ਵਿੱਚ ਸਿੱਟਿਆ ਗਿਆ। ਦੋ ਲੇਖਾ ਮੰਗੈ ਬਾਣੀਆਂ, ਇੱਥੇ ਬਾਣੀਆਂ ਦਾ ਮਤਲਬ ਧਰਮਰਾਜ ਹੈ। ਧਰਮਰਾਜ ਬਾਣੀਆਂ ਹੈ ਪਰਮੇਸ਼ਰ ਦਾ, ਕਿਉਂਕਿ ਧਰਮਰਾਜ ਨੂੰ ਹੁਕਮ ਹੈ ਬੈ ਸੱਚਾ ਧਰਮ ਵਿਚਾਰ, ਤੇਰੀ ਡਿਊਟੀ ਹੈ, ਇਹਨਾਂ ਕਲਯੁਗੀ ਜੀਵਾਂ ਦਾ ਹਿਸਾਬ ਕਿਤਾਬ ਤੂੰ ਲੈਣਾ। ਇਸ ਕਰਕੇ ਗੁਰੂ ਪਿਆਰਿਓ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕੇਤਾ ਆਖਣ ਆਖੀਐ, ਇਹਦੂ ਉੱਤੇ ਹੋਰ ਕੀ ਕਹੀਏ ਸਿੱਖੋ, ਗੁਰਮੁਖ ਸ਼ਬਦ ਸਮਾਏ। ਕੇਤਾ ਆਖਣ ਆਖੀਐ, ਆਖਣ ਤੋਟ ਨ ਹੋਏ। ਮੈਂ ਤੁਹਾਨੂੰ ਇਹਦੂ ਉੱਤੇ ਹੋਰ ਕੀ ਦੱਸਾਂ। ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਇੱਕ ਸਾਡਾ ਦਾਤਾ ਹੈ ਤੇ ਬਾਕੀ ਦੁਨੀਆ ਸਾਰੀ ਮੰਗਤੀ ਹੈ। ਆਓ ਉਸ ਦਾਤੇ ਤੋਂ ਮੰਗੀਏ। ਮੰਗਣ ਵਾਲੇ ਕੇਤੜੇ ਦਾਤਾ ਏਕੋ ਸੋਏ, ਜਿਸ ਕੈ ਜੀ ਪ੍ਰਾਣ ਹੈ ਮਨ ਵਸਿਆ ਸੁਖ ਹੋਏ। ਜਿਸ ਨੇ ਸਾਨੂੰ ਇਹ ਸਰੀਰ ਦਿੱਤਾ, ਪ੍ਰਾਣ ਦਿੱਤੇ, ਇਹ ਸੁੰਦਰ ਅੰਗ ਦਿੱਤੇ, ਸੋ ਕਿਉਂ ਵਿਸਰਿਆ ਜਿਨ ਸਭ ਕੁਛ ਦੀਆ। ਗੱਲ ਹੀ ਮੁਕਾ ਦਿੱਤੀ ਪਾਤਸ਼ਾਹ ਨੇ ਲਿਖ ਕੇ ਕਿ ਤੈਨੂੰ ਸਭ ਕੁਝ ਦੇਣ ਵਾਲਾ ਜਿਹੜਾ ਹੈ ਉਹ ਪਰਮੇਸ਼ਰ ਹੈ। ਉਸ ਪਰਮੇਸ਼ਰ ਨੇ ਹੀ ਤੈਨੂੰ ਸਾਰੀਆਂ ਦਾਤਾਂ ਦੇਣੀਆਂ ਹਨ। ਕਹਿਣ ਲੱਗੇ ਉਸੇ ਨੂੰ ਹੀ ਸਾਨੂੰ ਸਿਮਰਨਾ ਚਾਹੀਦਾ ਹੈ। ਕੀ ਬਖਸ਼ਿਸ਼ ਕਰਦੇ ਆ ਸਤਿਗੁਰੂ ਪਾਤਸ਼ਾਹ। ਜਿਨ ਦੀਆ ਤੁਧ ਪਵਨ ਅਮੋਲਾ, ਜਿਨ ਦੀਆ ਤੁਧ ਨੀਰ ਨਿਰਮੋਲਾ, ਜਿਨ ਦੀਆ ਤੁਧ ਪਾਵਕ ਬਲਨਾ, ਤਿਸ ਠਾਕਰ ਕੀ ਰਹੋ ਮਨ ਸਰਨਾ। ਜਿਹਨੇ ਸਾਨੂੰ ਰਸਨਾ ਦਿੱਤੀ, ਜੇਬਾ ਦਿੱਤੀ, ਅੱਖਾਂ ਦਿੱਤੀਆਂ, ਇਹਨਾਂ ਅੰਗਾਂ ਦਾ ਕਿੰਨਾ ਮੁੱਲ ਹੈ। ਧੰਨ ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਸਿੱਖੋ ਮੈਂ ਕੀ ਕਹਾਂ ਤੁਹਾਨੂੰ, ਉਹ ਬਹੁਤ ਵੱਡਾ ਦਾਤਾ ਹੈ। ਫਿਰ ਵੀ ਅਸੀਂ ਉਸ ਦਾ ਅੰਤ ਨਹੀਂ ਪਾ ਸਕਦੇ, ਉਹਦੀਆਂ ਦਾਤਾਂ ਦਾ ਟੋਟ ਨਹੀਂ ਆਉਂਦੀ। ਕੇਤਾ ਆਖਣ ਆਖੀਐ, ਆਖਣ ਟੋਟ ਨਾ ਹੋਏ। ਮੰਗਣ ਵਾਲੇ ਕੇਤੜੇ ਦਾਤਾ ਏਕੋ ਸੋਏ। ਉਹਨੂੰ ਮੰਗਣ ਵਾਲੇ, ਉਹਨੂੰ ਕਹਿਣ ਵਾਲੇ ਦੁਨੀਆ ਤੇ ਬੜੇ ਹੈ, ਪਰ ਦਾਤਾ ਉਹ ਇੱਕੋ ਹੀ ਹੈ। ਜੋ ਦਰ ਦਰ ਦੇ ਜਾਣੇ ਨਾਲੋਂ ਇੱਕ ਦਰਦਾ ਹੋ ਕੇ ਬਹਿ ਜਾ, ਸਿਆਣੇ ਬੰਦੇ ਕਹਿੰਦੇ ਆ। ਕਹਿੰਦੇ ਜਿਨ੍ਹਾਂ ਨੇ ਉਸ ਦੇ ਕੋਲੋਂ ਦਾਤਾ ਮੰਗੀਆਂ, ਸੰਜੋਗੀ ਮਿਲੇ ਕਸੈ। ਸੰਜੋਗੀ ਜਿਨ੍ਹਾਂ ਦੇ ਵੱਡੇ ਭਾਗ ਹੁੰਦੇ ਹੈ, ਸੰਜੋਗ ਬਣਦੇ ਹੈ। ਕਹਿੰਦੇ ਜਿਨ੍ਹਾਂ ਦੇ ਵੱਡੇ ਭਾਗ ਹੁੰਦੇ ਨੇ ਉਹ ਇੱਕ ਦਾਤੇ ਦੇ ਦਰ ਨਾਲ ਜੁੜ ਜਾਂਦੇ ਹਨ। ਅਤੇ ਵਿਜੋਗੀ ਉੱਠ ਜਾਏ, ਤੇ ਜਿਹੜੇ ਵਿਜੋਗੀ ਹੁੰਦੇ ਹੈ, ਭਾਵ ਵਿਛੜੇ ਰਹਿੰਦੇ ਆ ਪਰਮੇਸ਼ਰ ਤੋਂ, ਗੁਰੂ ਤੋਂ, ਰੱਬ ਦੇ ਪਿਆਰਿਆਂ ਦੀ ਸੰਗਤ ਤੋਂ ਜਿਹੜੇ ਵਿਛੜੇ ਰਹਿੰਦੇ ਨੇ, ਉਹ ਸੰਸਾਰ ਦੇ ਵਿੱਚੋਂ ਹੱਥ ਮਲਦੇ ਤੁਰ ਜਾਂਦੇ ਹਨ, ਚਲੇ ਜਾਂਦੇ ਹਨ। ਜਿਸ ਕੇ ਜੀ ਪ੍ਰਾਣ ਹੈ ਮਨ ਬਸਿਆ ਸੁਖ ਹੋਏ। ਕਾਇਆ ਕਾਮਣ ਸਦਾ ਸੁਹੇਲੀ, ਫਿਰ ਵਸਿਆ ਜਿਸ ਨਾਲੇ। ਪਾਤਸ਼ਾਹ ਜੀ ਕਹਿੰਦੇ ਇਹ ਕਾਇਆ ਤੇ ਇਸਤਰੀ, ਇਸਤਰੀ ਸੁਖੀ ਆਪਣੇ ਪਤੀ ਨਾਲ ਵਸ ਕੇ, ਤੇ ਸਾਡੀ ਕਾਇਆ ਸੁਖੀ ਹੈ ਆਪਣੇ ਪਤੀ ਨਾਲ ਵਸ ਕੇ। ਤੇ ਦੋਨਾਂ ਦਾ ਪਤੀ ਕੌਣ ਹੈ? ਇਸਤਰੀ ਦਾ ਪਤੀ ਮਨੁੱਖ ਹੈ ਤੇ ਕਾਇਆ ਦਾ ਪਤੀ ਸ਼ਬਦ ਹੈ। ਕਾਇਆ ਕਾਮਣ ਸਦਾ ਸੁਹੇਲੀ, ਫਿਰ ਵਸੈ ਜਿਸ ਨਾਲੇ। ਫਿਰ ਸੱਚੇ ਤੇ ਸਦਾ ਸੁਹਾਗਨ ਗੁਰ ਕਾ ਸ਼ਬਦ ਸੰਭਾਲੇ। ਉਦਾਹਰਨ ਸਮਝ ਆਈ ਗਈ ਆ।
पर ਇਹਦਾ ਜਿਹੜਾ ਪਤੀ ਹੈ, ਇਹਦਾ ਜਿਹੜਾ ਮਾਲਕ ਹੈ, ਉਹ ਸ਼ਬਦ ਹੈ ਜਿਹੜਾ ਸਾਨੂੰ ਗੁਰੂ ਦੇ ਕੋਲੋਂ ਮਿਲਣਾ ਹੈ। ਸਾਡੀ ਕਾਇਆ ਰੂਪੀ ਦੇਹੀ ਰੂਪੀ ਜਿਹੜੀ ਇਸਤਰੀ ਹੈ, ਇਹ ਸ਼ਬਦ ਨਾਲ ਜੁੜ ਕੇ ਸੁਖੀ ਹੋਣੀ ਆ। ਇਸ ਕਰਕੇ ਪ੍ਰੀਤਮ ਜੀ ਕਹਿੰਦੇ ਜਿਸਕੇ ਜੀ ਪ੍ਰਾਣ ਹੈ ਮਨ ਵਸਿਆ ਸੁਖ ਹੋਏ। आओ जिसने सानू साजिया प्राण दिते, सवास देंदा है, रोज सानू भोजन दिंदा है, उसनू याद रखिए, हिरदे विच वसाइए। जग सुपना बाजी बनी खिन मैं खेल खिलाए। ये संसार ता सुपने दी न्याई है, बाजीगरां दी बाजी दी न्याई है। बाजीगर बाजियां पाउंदे आ ना, पुराने समय बाजीगर आउंदे तरह तरह दीयां खेडां विखाउंदे पिंडां विच अपने रोजी वास्ते। ते शहरां विच अजकल बहु रूपीए आउंदे आ ते बहु रूपीए रूप बदल बदल के शहर विच घुमदे आ। कदे कुछ बनदे आ, कदे कुछ बनदे आ, वस्त्र बदल के। बाजीगर जैसे बाजी पाई सब खलक तमाशे आई। बाजीगर स्वांग सकेला अपने रंग रवे अकेला। बाजीगर कोले कई तरह के स्वांग है, कई तरह के पहरावे आ। कदे वो थानेदार की वर्दी पा लेंदा डुप्लीकेट, और कदे वो गुरु प्यारो किसी जिमीदार की वर्दी पा लेंदा, मोढे ते कही रख के घूमदा। कदे शिव जी का रूप धार लैंदा, कदे हनुमान बन के तुर पैंदा, कई तरह के रूप धारदा। पर आथने जाके जो लिबास लाउंदा ते थल्लियों ओही कल वाला बाजीगर ही निकलदा। कहो सतनाम श्री। बाजीगर जैसे बाजी पाई सब खलक तमाशे आई। बाजीगर स्वांग सकेला अपने रंग रवै अकेला। पर बाजीगर जिहड़ा है परमेश्वर रूपी बाजीगर, उन्हें भी बाजी पाई है तो सानू तरह तरह के रूप धार दिते। पातशाह जी कहते आओ उस बाजीगर नाल जुड़िए। ये संसार भी एक मौत की बाजी है। जिवें गुरु प्यारो जुआ खेडण वाला बाजी हार जाता है, एक वो बाजी है। एक बाजी की गल पहले मैं की, एक बाजी है जुआ खेडण वाला जुआ हार जाता है। ते संसार भी जुए दी बाजी वर्गा है, सुपने वर्गा है। जग सुपना बाजी बनी खिन मैं खेल खिलाए। असी पता नहीं अगला छिन अगला सवा सानू आवे या ना आवे। एक छिन विच ही साडी डेट ऑफ बर्थ की बजाए मौत का दिन लिखिया जाना है कि फलाने समय फलाने दिने मर गया। टाइम नहीं लगना इसते। हम आदमिया एकदमी मोहत मोहत न जाना। नानक बिनवै तिसै सरेवो जाके जी पुराना। खिन मैं खेल खिलाए संजोगी मिल एक सै। जिन्हां दे चंगे संजोग संतां दे नाल जोग है, जिन्हां दे परमेश्वर दे प्यारियां दे नाल मिलाप हन। जोग हुंदा है जुड़ना। जोगी का अर्थ है जुड़न वाला। जोगी मुंदरा वाले का अर्थ नहीं है बाणी विच। असली अर्थ है जोगी परमेश्वर नाल जुड़न वाले। गुरमुख जोगी जागदे अमृत वेले। इस तरह गुरु प्यारो भिन्नी रैनड़िए चमकन तारे। जागे संत जना मेरे राम प्यारे। इस तरह वो जोगी जिहड़े जुगदे हन जुड़दे हन, वो जोगी वो संजोगी है। संजोगी जिन्हां दा मिलाप हो गया, ते विजोगी जिहड़े जोग नूं सही समझ नहीं सके। जिवें जोगियां नूं धन गुरु नानक देव जी ने ज्ञान दिता। एक जोगी आके पुछदा बाबा नानक जी नूं, कहो बाले, भाव नानक जी नूं बालका कहंदे ने। ओह कहंदे बाले ये दस बई दुनिया च मरदा कौन है? धन गुरु नानक देव जी का जवाब सीगा, तेरी मां कुचज्जी आही, बासन धोए ना दध जमाही। कोई नहीं मरदा। जोगी हैरान हो गया, सर दुनिया जानती आ मर गया, वो मर गया। कौन मुआ रे कौन मुआ, ब्रह्म ज्ञानी मिल करो विचारा। पवन है मैं पवन समाया, ज्योति मैं ज्योत नल जाया। गुरु नानक पातशाह जी इत्थे वो जोगी नूं कहंदे आ, तेरी मां कुचज्जी आही, भाव तेरा गुरु गोरख जिहड़ा कुचज्जा है। बासन धोए ना दध जमाही, उन्हें तौड़ी धो के दुध नहीं जमाया। भाव पहला तेरे विकार कढ़दा, फिर तेरे अंदर गुण भरदा, तैनू ज्ञान दिंदा, फिर कन्न पाड़ के मुंदरा पाउंदा। उन्हें सीधियां ही सिर घोण मुण कीता ते मुंदरा पातियां। तेरा गुरु गोरख जानदा नहीं कुछ। पातशाह कहने कोई नहीं मरदा। कहने की मतलब? कहने देखना पंजा तत्तां दा शरीर बनिया। कहने हाँ।
ਤੇ 6ਵੀਂ ਵਿੱਚ ਆਤਮਾ ਬੈਠੀ ਹੈ। ਜਦੋਂ ਆਤਮਾ ਨਿਕਲ ਜਾਂਦੀ ਹੈ ਪੰਜੇ ਤੱਤ ਅੱਡੋ ਅੱਡ ਹੋ ਜਾਂਦੇ ਹੈ। ਤੂੰ ਦੱਸਗਾ ਕੌਣ ਮਰਿਆ? ਤੱਤ ਤਾਂ ਪਏ ਆ ਨਾ, ਮਿੱਟੀ ਵੀ ਪਈ ਆ, ਆਕਾਸ਼ ਵੀ ਪਿਆ, ਪਾਣੀ ਵੀ ਪਿਆ, ਅੱਗ ਵੀ ਪਈ ਆ। ਸੋਚਾ ਸੀ ਪੈ ਗਿਆ ਵੀ ਗੱਲ ਤਾਂ ਇਹਨਾਂ ਦੀ ਵੀ ਸਹੀ ਆ, ਕੌਣ ਮਰਿਆ ਫਿਰ? ਪਾਤਸ਼ਾਹ ਕਹਿੰਦੇ ਕੋਈ ਨਹੀਂ ਮਰਦਾਗਾ। ਛਿੱਥਾ ਜਿਹਾ ਪੈ ਗਿਆ, ਜੋਗੀ ਵਾਪਸ ਚਲਿਆ ਗਿਆ। ਭਾਵ ਜਿਨ੍ਹਾਂ ਨੂੰ ਯੋਗ ਦੀ ਸਹੀ ਸਮਝ ਨਹੀਂ ਆਈ ਉਹਨਾਂ ਨੂੰ ਬੇਜੋਗੀ ਕਹਿੰਦੇ ਹਨ। ਵਿਛੜੇ ਹੋਏ ਭਟਕ ਰਹੇ, ਸੰਜੋਗੀ ਮਿਲ ਗਏ, ਵਿਜੋਗੀ ਉੱਠ ਜਾਏ। ਤੇ ਜਿਹੜੇ ਵਿਛੜੇ ਹੋਏ ਸੰਸਾਰ ਸਮੁੰਦਰ ਦੇ ਵਿੱਚ ਹੀ ਭਟਕ ਗਏ। ਜੋ ਤਿਸ ਪਾਣਾ ਸੋ ਥੀਆ, ਅਵਰ ਨ ਕਰਨਾ ਜਾਏ। ਬਾਕੀ ਭਾਈ ਪਰਮੇਸ਼ਰ ਦਾ ਹੁਕਮ ਹੈ, ਜੋ ਪਰਮੇਸ਼ਰ ਦਾ ਹੁਕਮ ਹੈ ਉਹ ਹੀ ਵਰਤਦਾ ਹੈ। ਉਸੇ ਦੇ ਹੁਕਮ ਅੰਦਰ ਸਭ ਕੁਝ ਹੋ ਰਿਹਾ ਹੈ। ਮਨੁੱਖ ਕੀ ਕਹਿ ਸਕਦਾ ਹੈ? ਜੋ ਪਰਮੇਸ਼ਰ ਨੂੰ ਭਾਉਂਦਾ ਉਹ ਹੀ ਹੁੰਦਾ ਹੈ। ਉਹ ਸਾਰੇ ਜੀਵਾਂ ਨੂੰ ਉਹਨਾਂ ਦੇ ਕਰਮਾਂ ਅਨੁਸਾਰ ਸੁੱਖ ਜਾਂ ਦੁੱਖ ਦਿੰਦਾ ਰਹਿੰਦਾ। ਸੁਖ ਦੁੱਖ ਪੁਰਬ ਜਨਮ ਕੇ ਕੀਏ, ਸੋ ਜਾਣੈ ਜਿਨ ਦਾਤੈ ਦੀਏ। ਇਹ ਸੁੱਖ ਜਾਂ ਦੁੱਖ ਅਸੀਂ ਕਹਿੰਦੇ ਆ ਨਾ, ਜਦ ਅਸੀਂ ਇੰਨੀ ਭਗਤੀ ਕਰਦੇ ਹਾਂ ਸਾਨੂੰ ਇਹ ਦੁੱਖ ਕਿਵੇਂ ਆ ਗਿਆ? ਤੁਸੀਂ ਭੁੱਲ ਗਏ ਹੋ ਇਸ ਦੁੱਖ ਦਾ ਬੀਜ ਤੁਸੀਂ ਹੀ ਕਿਸੇ ਵੇਲੇ ਬੀਜਿਆ ਸੀਗਾ, ਜਿਹਦਾ ਫਲ ਪਰਮੇਸ਼ਰ ਨੇ ਤੈਨੂੰ ਅੱਜ ਦਿੱਤਾ। ਕੋ ਸਤਨਾਮ ਸ੍ਰੀ। ਕਈ ਕਾਲੇ ਪੈਂਦੇ ਆ ਕਿ ਅਸੀਂ ਇੰਨੀ ਭਗਤੀ ਕਰਦੇ ਹਾਂ ਜਾਂ ਇੰਨਾ ਦਾਨ ਪੁੰਨ ਕਰਦੇ ਹਾਂ, ਇੰਨਾ ਅਸੀਂ ਜਾਣਦੇ ਹਾਂ ਗੁਰੂ ਘਰ ਧਾਰਮਿਕ ਸਥਾਨਾਂ 'ਤੇ, ਪਰ ਸਾਨੂੰ ਦੁੱਖ ਕਿਉਂ ਮਿਲਦੇ ਹੈ? ਸਾਨੂੰ ਇਹਦਾ ਫਲ ਤੁਰੰਤ ਸੁੱਖ ਕਿਉਂ ਨਹੀਂ ਮਿਲਦਾ? ਪਾਤਸ਼ਾਹ ਕਹਿੰਦੇ ਇਹ ਤਾਂ ਪਰਮੇਸ਼ਰ ਨੂੰ ਪਤਾ ਕਿਉਂ ਨਹੀਂ ਮਿਲਦਾ। ਜੇ ਉਹ ਸੁੱਖ ਦਾ ਫਲ ਵੀ ਦੇਰ ਨਾਲ ਦਿੰਦਾ ਹੈ, ਦੁੱਖ ਦਾ ਫਲ ਵੀ ਦੇਰ ਨਾਲ ਦਿੰਦਾ ਹੈ। ਜਦੋਂ ਸਮਾਂ ਆਉਂਦਾ ਉਸ ਕਰਮ ਦੇ ਉਗਣ ਦਾ, ਉਦੋਂ ਫਿਰ ਉਹ ਕਰਮ ਉਗਰਦਾ। ਤੇ ਜਿਨ੍ਹਾਂ ਦੇ ਚੰਗੇ ਕਰਮ ਉਗਰਦੇ ਹੈ, ਪੂਰਬ ਕਰਮ ਅੰਕੁਰ ਜਾ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ। ਜਦੋਂ ਪੂਰਬਲੇ ਚੰਗੇ ਕਰਮ ਉਗਰਦੇ ਹੈ ਉਦੋਂ ਰੱਬ ਦੇ ਪਿਆਰਿਆਂ ਦੀ ਸੰਗਤ ਹੁੰਦੀ ਹੈ, ਤੇ ਜਦੋਂ ਮਾੜੇ ਉਗਰਦੇ ਹੈ ਉਦੋਂ ਮਾੜੀ ਸੰਗਤ ਮਿਲ ਜਾਂਦੀ ਹੈ। ਉਹਦਾ ਫਲ ਦੁੱਖ ਹੁੰਦਾ ਹੈ ਤੇ ਉਹਦਾ ਫਲ ਸੁੱਖ ਹੁੰਦਾ ਹੈ। ਆਖਰੀ ਪੰਕਤੀਆਂ ਵਿੱਚ ਮੇਰੇ ਪ੍ਰੀਤਮ ਜੀ ਕਹਿੰਦੇ, ਜੋ ਤਿਸ ਭਾਣਾ ਸੋ ਥੀਐ, ਅਵਰ ਨ ਕਰਨਾ ਜਾਏ। ਅਸੀਂ ਉਹਨੂੰ ਹੁਕਮ ਨਹੀਂ ਕਰ ਸਕਦੇ ਵੀ ਐ ਨਹੀਂ ਤੇ ਐਂ ਕਰ, ਜਿਵੇਂ ਉਹਨੂੰ ਚੰਗਾ ਲੱਗਦਾ ਉਵੇਂ ਹੋਵੇਗਾ। ਆਓ ਇਹ ਕੰਮ ਤੁਸੀਂ ਕਰ ਸਕਦੇ ਹੋ ਜਿਹੜਾ ਤੁਹਾਡੇ ਹੱਥ ਵਿੱਚ ਹੈ। ਗੁਰਮੁਖ ਵਸਤ ਵਿਸਾਹੀ ਹੈ। ਆਪਾਂ ਵਪਾਰ ਕਰਨ ਆਏ ਆ, ਤੇ ਹੁਣ ਵਪਾਰ ਜਿਹੜਾ ਕੁਝ ਬੁੱਧੀ ਨਾਲ ਕਰੋ। ਵੰਜ ਕਰੋ ਵਣਜਾਰਿਓ, ਵਖਰ ਲਹੋ ਸੰਭਾਲ। ਤੈਸੀ ਵਸਤ ਵਿਸਾਹੀ ਹੈ ਜੈਸੀ ਨਿਭ ਹੈ ਨਾਲ। ਗੁਰਮੁਖ ਵਸਤ ਵਿਸਾਹੀ ਹੈ। ਤੂੰ ਇਹਨਾਂ ਸਵਾਸਾਂ ਦੇ ਨਾਲ ਨਾਮ ਨੂੰ ਖਰੀਦ ਲੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਸਾਡੇ ਹੱਥ ਵਿੱਚ ਹੈ। ਅੱਜ ਵਰਤਮਾਨ ਸਾਡੇ ਹੱਥ ਵਿੱਚ ਹੈ। ਵਰਤਮਾਨ ਵਿੱਚ ਜੋ ਕਰਾਂਗੇ ਉਹਦਾ ਫਲ ਸਾਨੂੰ ਭੋਗਣਾ ਪੈਣਾ ਹੈ। ਇਸ ਕਰਕੇ ਸਿੱਖਾ ਆਹ ਕੰਮ ਕਰ, ਇਹਨਾਂ ਸਵਾਸਾਂ ਨਾਲ ਪਰਮੇਸ਼ਰ ਦਾ ਨਾਮ ਜਪਿਆ ਕਰ, ਕਿਉਂਕਿ ਇਹੋ ਹੀ ਤੇਰੇ ਹੱਥ ਵਿੱਚ ਹੈ। ਗੁਰਮੁਖ ਵਸਤ ਵਿਸਾਹੀ ਹੈ, ਸੱਚ ਵਖਰ ਸੱਚ ਰਾਸ। ਸੱਚਾ ਸੌਦਾ ਤੇ ਸੱਚੀ ਪੂੰਜੀ। ਨਕਲੀ ਨੋਟਾਂ ਨਾਲ ਸੌਦਾ ਨਹੀਂ ਮਿਲਦਾ ਨਾ, ਅਸਲੀ ਨੋਟਾਂ ਨਾਲ ਹੀ ਸੌਦਾ ਮਿਲਦਾ ਸਹੀ। ਇਸੇ ਤਰ੍ਹਾਂ ਹੀ ਸਵਾਦ ਜਿਹੜੇ ਹੈ ਉਹ ਸੱਚੀ ਪੂੰਜੀ ਹੈ, ਰਾਸੀ ਹੈ, ਧਨ ਹੈ। ਇਹਦੇ ਵੱਟੇ ਜੋ ਖਰੀਦਣਾ ਹੈ ਉਹ ਸੱਚਾ ਨਾਮ ਹੈ ਪਰਮੇਸ਼ਰ ਦਾ। ਬਸ ਇਹ ਵਪਾਰ ਕਰੀਏ ਤਾਂ ਸੁਖੀ ਵਸਾਂਗੇ। ਜਿਨ੍ਹਾਂ ਸੱਚ ਵਨੰਜਿਆ ਗੁਰ ਪੂਰੈ ਸ਼ਾਬਾਸ। ਜਿਨ੍ਹਾਂ ਨੇ ਸਾਸ ਸਾਸ ਪਰਮੇਸ਼ਰ ਨੂੰ ਸਿਮਰ ਲਿਆ ਉਹਨਾਂ ਨੂੰ ਗੁਰੂ ਪੂਰਾ ਵੀ ਸ਼ਾਬਾਸ਼ ਦਿੰਦਾ ਹੈ। ਪਰਮੇਸ਼ਰ ਦੇ ਦਰ ਤੇ ਵੀ ਰੇ ਦਰਗਹਿ ਕਹਿ ਨ ਕੋ। ਆਓ ਬੈਠ ਆਦਰ ਸ਼ੁਭ ਦੇਉ, ਨਾਨਕ ਵਸਤ ਪਛਾਣ ਸੀ ਸਾ ਸੌਦਾ ਜਿਸ ਪਾਸ। ਪਰ ਇਹ ਵਸਤੂ ਜਿਹੜੀ ਹੈ ਨਾਮ ਦੀ ਵਸਤੂ ਵੀ ਉਹ ਖਰੀਦਦੇ ਨੇ ਜਿਨ੍ਹਾਂ ਦੇ ਕੋਲੇ ਗੁਰੂ ਕੋਲੋਂ ਪਰਖ ਦੀ ਕਸੌਟੀ ਮਿਲ ਜਾਂਦੀ ਹੈ। ਤੇ ਉਹ ਕਸੌਟੀ ਹੈ ਸਾਡੇ ਕੋਲ ਗੁਰਬਾਣੀ। ਗੁਰਬਾਣੀ ਸਾਡਾ ਮਾਰਗਦਰਸ਼ਨ ਕਰਦੀ ਹੈ। ਅਸੀਂ ਕੀ ਕਰਨਾ ਕੀ ਨਹੀਂ ਕਰਨਾ ਇਹ ਗੁਰਬਾਣੀ ਤੋਂ ਮਾਰਗਦਰਸ਼ਨ ਲੈ ਸਕਦੇ ਹਾਂ, ਗੁਰੂ ਤੋਂ ਮਾਰਗਦਰਸ਼ਨ ਲੈ ਸਕਦੇ ਹਾਂ, ਤੇ ਆਪਣਾ ਜੀਵਨ ਵਧੀਆ ਬਤੀਤ ਕਰ ਸਕਦੇ ਹਾਂ। ਇਹ ਸੀ ਅੱਜ ਦੇ ਪਵਿੱਤਰ ਸ਼ਬਦ ਦੇ ਵਿਚਾਰ ਜੋ ਰਾਗ ਸ੍ਰੀ ਰਾਗ ਦੇ ਅੰਗ 18 ਉੱਪਰ ਸੁਭਾਇਮਾਨ ਹੈ। ਆਪ ਜੀ ਨੇ ਸਰਵਣ ਕੀਤਾ। ਅਗਲੇ ਸ਼ਬਦ ਦੇ ਵਿਚਾਰ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬੋਲਦਿਆਂ ਅਨੇਕਾਂ ਅੱਖਰ ਬਾਅਦ ਘੱਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਮਿਲਾਓ ਫਤਿਹ ਪਾਓ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।